ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋ, ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ, ਗੁਰੂ ਨਾਨਕ ਪੁਰਸ਼ੋਤਮੰ। ਪਰਵ ਪਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰ ਮਾਥ, ਜੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰ ਮਾਥ। ਸਤਿਨਾਮ ਵਾਹਿਗੁਰੂ ਜੀ। ਚੰਦ ਸੂਰਜ ਨਹਿ ਦਿਖਹਿ ਸੋਈ, ਚਖ ਹੋਇ ਪਿਖਹਿ ਭਲੇ ਸਭ ਕੋਈ। ਤਿਨ ਲੋਚਨ ਕੀ ਜੋਤ ਜੇ ਆਹੀ, ਸੋ ਕਹੀਏ ਸੁਨ ਕਰ ਗੁਰ ਪ੍ਰਾਹੀ। ਗਿਆਰਾ ਜਹੂਰ ਹਾਜ਼ਰਾਂ ਹਜੂਰ, ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ। ਆਪ ਜੀ ਵਡਭਾਗੇ ਹੋ, ਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਦੇ ਹੋਏ ਆਪਣਾ ਜਨਮ ਸਫਲ ਬਣਾ ਰਹੇ ਹੋ। ਸਾਰੇ ਮਿਲ ਕੇ ਬੜੇ ਪਿਆਰ ਸਤਿਕਾਰ ਦੇ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ, ਹਜ਼ੂਰੀ ਕੀਰਤਨੀਏ ਗੁਰਦੁਆਰਾ ਸੀਸਗੰਜ ਸਾਹਿਬ, ਸਤਿਕਾਰਯੋਗ ਸਨਮਾਨਯੋਗ ਭਾਈ ਸਤਵਿੰਦਰ ਸਿੰਘ ਜੀ ਸਰਤਾਜ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਾਹੂਕਾਰ ਦਾ ਉਧਾਰ ਕਰਕੇ ਅੱਗੇ ਚੱਲੇ ਨੇ ਅਤੇ ਉਹਨਾਂ ਨੂੰ ਸੰਤ ਸਾਧੂ ਮਿਲੇ ਹਨ।
ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੇ ਦਰਸ਼ਨ ਜਦੋਂ ਸਾਧੂਆਂ ਨੇ, ਸੰਤਾਂ ਨੇ ਕੀਤੇ ਹਨ, ਤੇ ਉਹਨਾਂ ਪੁੱਛਿਆ ਵੀ ਸਾਨੂੰ ਪਰਮਾਤਮਾ ਦੇ ਬਾਰੇ ਦੱਸੋ। ਤੇ ਗੁਰੂ ਸਾਹਿਬ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਨੇ ਕਿ ਉਹਦਾ ਅੰਤ ਜਾਣਿਆ ਨਹੀਂ ਜਾ ਸਕਦਾ। ਉਹਦਾ ਅੰਤ ਇਹੋ ਹੈ ਕਿ ਉਸ ਨੂੰ ਬੇਅੰਤ ਕਹਿੰਦੇ ਹਨ। ਇਹ ਹੀ ਉਹਦਾ ਅੰਤ ਹੈ। ਜਿਹੜਾ ਵੀ ਕੋਈ ਅੰਤ ਪਾਉਣ ਦੀ ਕੋਸ਼ਿਸ਼ ਕਰੇਗਾ, ਅਖੀਰ ਨੂੰ ਇਹੀ ਕਹੇਗਾ ਕਿ ਰੱਬਾ ਤੂੰ ਬੇਅੰਤ ਹੈ। ਹੇ ਪ੍ਰਭੂ ਜੀ, ਰੱਬ ਜੀ, ਤੁਸੀਂ ਬੇਅੰਤ ਹੋ। ਉਸ ਨੂੰ ਹੋਰ ਜਾਣਿਆ ਨਹੀਂ ਜਾ ਸਕਦਾ। ਕਹਿੰਦੇ ਦੇਖੋ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੇ ਮੁਖ ਕੰਠ ਸਵਾਰ, ਤਾਕੋ ਅੰਤ ਨ ਜਾਈ ਲਖਣਾ, ਆਵਤ ਜਾਤ ਰਹੇ ਗੁਬਾਰ। ਕਹਿੰਦੇ ਬ੍ਰਹਮਾ ਵਰਗੇ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਵਿਸ਼ਨੂੰ ਜੀ, ਲక్ష్ਮੀ ਜੀ, ਬ੍ਰਹਮਾ ਦੇ ਪੁੱਤਰ ਸ਼ੇਸ਼ ਨਾਗ, ਇੰਦਰ ਵਰਗੇ ਸਾਰੇ ਪਰਮਾਤਮਾ ਦਾ ਅੰਤ ਨਹੀਂ ਪਾ ਸਕੇ। ਸ਼ਿਵ ਜੀ ਵੀ ਪ੍ਰਭੂ ਦਾ ਅੰਤ ਨਹੀਂ ਪਾ ਸਕਿਆ। ਕਹਿੰਦੇ ਵਿਸ਼ਨੂੰ ਦੀ ਧੁਨੀ ਤੋਂ ਬੇਮਿਸਾਲ ਕਮਲ ਪੈਦਾ ਹੋਇਆ, ਉਹਦੇ ਵਿੱਚੋਂ 4 ਮੂੰਹਾਂ ਵਾਲਾ ਬ੍ਰਹਮਾ ਪੈਦਾ ਹੋਇਆ। ਪ੍ਰਭੂ ਦੀ ਭਾਲ ਕਰਨ ਲੱਗਿਆ, ਉਹਦਾ ਅੰਤ ਹੀ ਨਾ ਜਾਣ ਸਕਿਆ। ਕਹਿੰਦੇ ਕਿ ਉਹ ਭਾਲ ਕਰਦਾ ਕਰਦਾ ਜਦੋਂ ਦੇਖਦਾ ਹੈ ਹਰ ਪਾਸੇ, ਉਹਨੂੰ ਕੇਵਲ ਤੇ ਕੇਵਲ ਪਾਣੀ ਹੀ ਦਿਸਦਾ ਹੈ। ਹੁਣ ਜਦੋਂ ਹਰ ਬੰਨੇ ਪਾਣੀ ਦਿਸਦਾ ਹੈ, ਉਹਨੂੰ ਫਿਰ ਮਨ ਦੇ ਅੰਦਰ ਸਵਾਲ ਪੈਦਾ ਹੋਇਆ ਵੀ ਇਹ ਮੈਂ ਹੀ ਹਾਂ ਜੋ ਦਿਸ ਰਿਹਾ ਹੈ, ਜਾਂ ਫਿਰ ਮੇਰੇ ਤੋਂ ਬਿਨਾਂ ਇਹ ਦੂਜਾ ਪਾਣੀ ਹੈ। ਤੇ ਉਹ ਸੰਤ ਜਨ ਕਹਿਣ ਲੱਗੇ ਵੀ ਜਿੱਦਾਂ ਕਿਸੇ ਦੇ ਹੱਥ ਤੇ ਬੇਰ ਰੱਖਿਆ ਹੋਵੇ, ਤੁਹਾਡੇ ਹਿਰਦੇ ਵਿੱਚ ਗਿਆਨ ਹੈ, ਤੇ ਸੰਸਾਰ ਬਣਾਉਣ ਤੋਂ ਪਹਿਲਾਂ ਦੀ ਜੋ ਕਥਾ ਹੈ ਉਹ ਗੁਰੂ ਸਾਹਿਬ ਜੀ ਦੱਸ ਰਹੇ ਨੇ ਵੀ ਬ੍ਰਹਮਾ ਕਮਲ ਤੋਂ ਜਨਮਿਆ ਸੀ। ਬ੍ਰਹਮ ਗਿਆਨ ਜਾਣਨ ਲਈ ਪ੍ਰੇਮ ਪੈਦਾ ਹੋਇਆ, ਪਰਮਾਤਮਾ ਕਿਸ ਤਰ੍ਹਾਂ ਦਾ ਹੈ ਇਹ ਵੇਖਣ ਦੀ ਇੱਛਾ ਪੈਦਾ ਹੋਈ ਉਹਦੇ ਅੰਦਰ। ਉਹਨੇ ਰਿਗਵੇਦ ਦੇ ਮੰਤਰ ਰਾਹੀਂ ਬੜੀ ਵਡਿਆਈ ਕੀਤੀ ਰੱਬ ਦੀ, ਮਿੱਠੀ ਮਿੱਠੀ ਸੁਰ ਵਿੱਚ ਗਾਉਣ ਲੱਗਾ, ਤੇ ਪ੍ਰੇਮ ਵਧਣ ਦੇ ਨਾਲ ਨੇੜਤਾ ਆਉਣ ਲੱਗੀ, ਤੇ ਫਿਰ ਫਲ ਵਿਚਾਰ ਕੇ ਸੁੱਖ ਲੈਣ ਲੱਗਾ। ਪਿਆਰ ਵਿੱਚ ਡੁੱਬ ਕੇ ਪ੍ਰਸੰਨ ਹੋ ਕੇ ਬਾਣੀ ਗਾਉਣ ਲੱਗਿਆ, ਜਿਸ ਨਾਲ ਆਨੰਦਿਤ ਹੋ ਕੇ ਪ੍ਰਸੰਨਤਾ ਹੋ ਜਾਂਦੀ ਹੈ। ਤੇ ਉਸ ਵੇਲੇ ਬ੍ਰਹਮਾ ਨੇ 4 ਵੇਦ ਰਚ ਦਿੱਤੇ, ਜਿਨ੍ਹਾਂ ਦੀ ਜਗਤ ਵਿੱਚ ਪ੍ਰਸਿੱਧਤਾ ਹੈ। ਉਹਨਾਂ ਤੋਂ ਅੱਗੇ ਫਿਰ ਚਤੁਰ ਰਿਸ਼ੀਆਂ ਨੇ ਸਿਮਰਤੀਆਂ ਤੇ ਹੋਰ ਧਾਰਮਿਕ ਜਿਹੜੇ ਗ੍ਰੰਥ ਹਨ ਉਹਨਾਂ ਦੀ ਰਚਨਾ ਕਰ ਦਿੱਤੀ। ਫਿਰ ਬ੍ਰਹਮਾ ਨੇ ਆਖਿਆ ਵੀ ਜਦੋਂ ਵਿਚਾਰ ਆਈ ਵੀ ਮੈਂ ਕਿਹਦੇ ਤੋਂ ਪੈਦਾ ਹੋਇਆ, ਮੈਨੂੰ ਪੈਦਾ ਕਰਨ ਵਾਲਾ ਕੌਣ ਹੈ, ਚਾਰੇ ਪਾਸੇ ਨਜ਼ਰ ਮਾਰੀ, ਜਾਲੀ ਜਲ ਦਿਸਿਆ। ਫਿਰ ਉਹਨੂੰ ਹੰਕਾਰ ਹੋ ਗਿਆ ਵੀ ਮੇਰੇ ਤੋਂ ਬਿਨਾਂ ਤੇ ਦੂਜਾ ਹੈਗਾ ਹੀ ਕੋਈ ਨਹੀਂ, ਮੈਂ ਕਦੀ ਵਡਿਆਈ ਕਰਾਂ। ਤੇ ਫਿਰ ਉਹਦੇ ਅੰਦਰ ਇਹ ਵੀ ਵਿਚਾਰ ਆਈ ਵੀ ਮੈਂ ਹੀ ਕਰਨ ਕਰਾਉਣ ਵਾਲਾ ਖੁਦ ਪ੍ਰਭੂ ਹਾਂ, ਮੈਨੂੰ ਹੋਰ ਕੋਈ ਬਣਾਉਣ ਵਾਲਾ ਨਹੀਂ ਹੈ। ਜੇ ਕੋਈ ਹੁੰਦਾ ਤੇ ਜ਼ਰੂਰ ਦਿਖਾਈ ਦਿੰਦਾ। ਹਿਰਦੇ ਵਿੱਚ ਹੰਕਾਰ ਹੋ ਗਿਆ ਤੇ ਮੈਂ ਹੀ ਰਚਣ ਵਾਲਾ ਵਾਂ, ਕੋਈ ਦੂਸਰਾ ਨਹੀਂ ਹੈ। ਗੰਭੀਰ ਗੈਬੀ ਆਵਾਜ਼ ਆਈ ਆਕਾਸ਼ ਵਿੱਚੋਂ, ਪਿਆਰੀ ਮਿੱਠੀ ਬਾਣੀ ਸੁਣਾਈ ਦਿੱਤੀ। ਆਖਿਆ ਬ੍ਰਹਮਾ ਕਿਉਂ ਹੰਕਾਰੀ ਬਣ ਰਿਹਾ ਹੈ,
ਮੈਂ ਪ੍ਰਭੂ ਪ੍ਰਕਾਸ਼ ਕਰਨ ਵਾਲਾ ਹਾਂ। ਜਿਸ ਤੋਂ ਤੇਰਾ ਜਨਮ ਹੋਇਆ ਉਸ ਨੂੰ ਭਲੇ ਫਿਰ ਅਸਲ ਦੀ ਸੋਝੀ ਹੋਏਗੀ ਜਦੋਂ ਤੂੰ ਉਹਨੂੰ ਭਾਲ ਲਏਗਾ। ਬ੍ਰਹਮਾ ਬੋਲਿਆ ਵੀ ਮੈਂ ਤਾਂ ਸਾਰੀਆਂ ਥਾਵਾਂ ਵੇਖ ਲਈਆਂ, ਇੱਥੇ ਜਾਂ ਮੈਂ ਆ ਜਾਂ ਪਾਣੀ ਹੈ, ਹੋਰ ਕੁਝ ਦਿਖਦਾ ਨਹੀਂ ਹੈ। ਬਹੁਤ ਵੇਖਿਆ, ਜੇ ਕੋਈ ਤੀਜਾ ਹੈਗਾ ਤੇ ਤੁਸੀਂ ਦੱਸ ਦਿਓ। ਫਿਰ ਗੈਬੀ ਆਵਾਜ਼ ਆਈ ਵੀ ਜਿੱਥੇ ਤੂੰ ਬਹਿ ਕੇ ਸੁੱਖ ਮਾਣਿਆ ਨਾ, ਉਹਨੂੰ ਹੀ ਆਪਣੀ ਉਤਪਤੀ ਦਾ ਕਾਰਨ ਜਾਣ ਲੈ। ਪਹਿਲਾਂ ਤਲਾਸ਼ ਕਰ ਤੇ ਫਿਰ ਹੰਕਾਰ ਕਰੀ। ਬ੍ਰਹਮਾ ਕਮਲ ਨੂੰ ਵੇਖ ਕੇ ਬੋਲਿਆ ਵੀ ਇਹ ਤਾਂ ਮੇਰੇ ਸਾਹਮਣੇ ਬੜਾ ਛੋਟਾ ਹੈ, ਮੈਂ ਇਹਦੇ ਅੱਗੇ ਬੜਾ ਵੱਡਾ ਹੈ। ਫਿਰ ਮੈਂ ਕਿਸ ਤਰ੍ਹਾਂ ਇਹਦੇ ਵਿੱਚੋਂ ਪੈਦਾ ਹੋ ਸਕਦਾ ਹੈ? ਛੋਟੀ ਚੀਜ਼ ਕਿਸ ਤਰ੍ਹਾਂ ਵੱਡੀ ਨੂੰ ਪੈਦਾ ਕਰ ਸਕਦੀ ਹੈ? ਫਿਰ ਆਵਾਜ਼ ਸੁਣਾਈ ਦਿੱਤੀ, ਜਿਸ ਵੇਲੇ ਚੰਗੀ ਤਰ੍ਹਾਂ ਭਾਲਣ ਦੀ ਤੇਰੇ ਅੰਦਰ ਦ੍ਰਿੜ ਇੱਛਾ ਹੋ ਜਾਏਗੀ ਨਾ, ਉਸ ਵੇਲੇ ਛੋਟੇ ਵੱਡੇ ਦੀ ਪਛਾਣ ਹੋ ਜਾਏਗੀ। ਬ੍ਰਹਮਾ ਬੜਾ ਹੈਰਾਨ ਹੋਇਆ, ਕਮਲ ਵੱਲ ਤੱਕਿਆ, ਕਹਿੰਦਾ ਮੈਂ ਬ੍ਰਹਮਾ ਇੰਨਾ ਵੱਡਾ ਤੇ ਆ ਕਮਲ ਛੋਟਾ ਜਿਹਾ, ਮੇਰੀ ਪੈਦਾਇਸ਼ ਜਗਤ ਵਿੱਚ ਕਮਲ ਤੋਂ ਕਿਵੇਂ ਹੋ ਸਕਦੀ ਹੈ? ਇਸ ਤਰ੍ਹਾਂ ਸੋਚਦੇ ਹੋਏ ਵਿਚਾਰ ਕੀਤਾ ਵੀ ਇਹਨੂੰ ਲੱਤ ਮਾਰੀਏ, ਤੇ ਜੇ ਸਹਾਰ ਲਏਗਾ ਤਾਂ ਜਾਣ ਲਵਾਂਗੇ ਇਹ ਮੇਰਾ ਮੁੱਢ ਹੈ, ਜੇਕਰ ਟੁੱਟ ਗਿਆ ਤੇ ਵਿਅਰਥ ਬਾਤ ਸਮਝਾਂਗਾ। ਉਸ ਵੇਲੇ ਬ੍ਰਹਮਾ ਨੇ ਲੱਤ ਮਾਰੀ ਤੇ ਕਮਲ ਦਾ ਫੁੱਲ ਖੜਾ ਰਿਹਾ। ਦੂਜੀ ਵਾਰੀ ਲੱਤ ਮਾਰੀ, ਉਹ ਡਿੱਗ ਪਿਆ। ਬ੍ਰਹਮਾ ਵੀ ਉਹਦੇ ਵਿਚਕਾਰ ਜਾ ਡਿੱਗਿਆ। ਕਮਲ ਦੀ ਨਾਲੀ ਵਿੱਚ ਡਿੱਗਣ ਤੇ ਕੋਈ ਟਿਕਾਣਾ ਨਾ ਪਾਇਆ। ਜਿੱਦਾਂ ਡੂੰਘੇ ਖੂਹ ਵਿੱਚ ਰੋੜਾ ਡਿੱਗ ਪੈਂਦਾ ਨਾ, ਇੱਦਾਂ ਬ੍ਰਹਮਾ ਵਿੱਚ ਡਿੱਗ ਪਿਆ, ਅੱਗੇ ਰਿੜਦਾ ਗਿਆ, ਨਾਲੀ ਵਿੱਚ ਕੈਦ ਹੋ ਗਿਆ। ਬੜਾ ਸਮਾਂ ਗੁਜ਼ਰ ਗਿਆ। ਹੁਣ ਵਿਆਕਲ ਹੋਇਆ ਵਾ, ਬੜਾ ਦੁੱਖ ਪਾ ਰਿਹਾ ਹੈ, ਤੇ ਫਿਰ ਕੋਈ ਉਹਨੂੰ ਜੁਗਤ ਨਹੀਂ ਸੁੱਝ ਰਹੀ। ਆਦ ਮੱਧ ਅੰਤ ਸਾਰਾ ਕੁਝ ਮੈਂ ਹਾਂ, ਇੱਦਾਂ ਕਹਿ ਕੇ ਹੰਕਾਰ ਕਰਦਾ ਸੀ। ਉਹਦੇ ਹਿਰਦੇ ਵਿੱਚੋਂ ਸਾਰਾ ਹੰਕਾਰ ਨਿਕਲ ਗਿਆ। ਦੁਖੀ ਹੋਇਆ, ਵਿਰਲਾਪ ਕਰਨ ਲੱਗਾ ਤੇ ਫਿਰ ਕਰਤਾਰ ਦੀ ਮਹਿਮਾ ਕਰਨ ਲੱਗਾ ਹੈ। ਜਦੋਂ ਕੋਈ ਸਾਨੂੰ ਵੀ ਕੰਮ ਪੈਂਦਾ ਨਾ ਜਾਂ ਦੁੱਖ ਆਉਂਦਾ ਹੈ, ਅਸੀਂ ਵੀ ਉਦੋਂ ਹੀ ਰੱਬ ਨੂੰ ਯਾਦ ਕਰਦੇ ਹਾਂ। ਕਾਮ ਪਰੇ ਹਰ ਸਿਮਰਿਏ ਐਸਾ ਸਿਮਰੋ ਨਿਤ। ਜਦੋਂ ਉਸ ਪਿਆਰ ਨਾਲ ਯਾਦ ਕਰਦੇ ਨਾ, ਕੋਈ ਦੁੱਖ ਆ ਜੇ, ਕੋਈ ਮੁਸੀਬਤ ਦਿਸੇ, ਤੇ ਫਿਰ ਉਸ ਵੇਲੇ ਜਿਹਦੇ ਬੰਦੇ ਤੇ ਮੁਸੀਬਤ ਆਵੇ, ਫਿਰ ਉਹ ਬੜੇ ਪਿਆਰ ਦੇ ਨਾਲ ਚੌਪਈ ਸਾਹਿਬ ਦਾ ਪਾਠ ਕਰਦਾ, ਜਪਜੀ ਸਾਹਿਬ ਦਾ ਪਾਠ ਕਰਦਾ। ਤੇ ਕਬੀਰ ਸਾਹਿਬ ਕਹਿੰਦੇ ਇੰਨੇ ਪਿਆਰ ਨਾਲ ਰੋਜ਼ ਹੀ ਸਿਮਰੋ, ਉਹਨੂੰ ਯਾਦ ਕਰੋ। ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੈ ਬਿੱਤ। ਭੰਡਾਰੇ ਭਰਪੂਰ ਹੋ ਜਾਣਗੇ, ਵਾਸਾ ਅਮਰਪੁਰੀ ਵਿੱਚ ਹੋ ਜਾਏਗਾ। ਬ੍ਰਹਮਾ ਵੀ ਮਾਲਕ ਨੂੰ ਯਾਦ ਕਰਨ ਲੱਗਾ, ਕਹਿੰਦਾ ਵਿਨਾਸ਼ ਰਹਿਤ ਮਾਲਕਾ ਤੈਨੂੰ ਨਮਸਕਾਰ ਹੈ। ਕਹਿੰਦੇ ਤੂੰ ਆਕਾਰ ਰਹਿਤ ਹੈ, ਤੂੰ ਰਖਾਵਾਂ ਦੇ ਦਾਇਰੇ ਵਿੱਚ ਨਹੀਂ, ਤੂੰ ਅੰਦਰ ਦੀ ਜਾਣਨ ਵਾਲਾ ਹੈ। ਤੂੰ ਕਰਤਾ ਪੁਰਖ ਹੈ, ਅਹੰਕਾਰ ਦਾ ਨਾਸ਼ ਕਰਨ ਵਾਲਾ ਹੈ, ਸਾਰੇ ਦੁੱਖ ਦੂਰ ਕਰਨ ਵਾਲਾ ਹੈ। ਦੁਖੀਆਂ ਤੇ ਦਇਆ ਕਰਨ ਵਾਲੇ ਕਾਲ ਰਹਿਤ ਪ੍ਰਭੂ ਨੇ ਦੇਖ ਕੇ ਕਮਲ ਦੀ ਨਾਲੀ ਵਿੱਚੋਂ ਬ੍ਰਹਮਾ ਨੂੰ ਬਾਹਰ ਕੱਢਿਆ। ਬ੍ਰਹਮਾ ਬਾਹਰ ਆ ਗਿਆ, ਕਮਲ ਤੇ ਬੈਠ ਕੇ ਬੜਾ ਸੁੱਖ ਮਿਲਿਆ। ਪ੍ਰਭੂ ਨੇ ਫੇਰ ਕਿਰਪਾ ਕਰ ਹੀ ਦਿੱਤੀ। ਪ੍ਰਭੂ ਦੀ ਮਹਿਮਾ ਕਰਨ ਲੱਗਾ, ਹੱਥ ਜੋੜ ਕੇ ਵਾਰ-ਵਾਰ ਨਮਸਕਾਰ ਕਰਨ ਲੱਗਾ। ਕਹਿੰਦਾ ਪਰਮੇਸ਼ਰ ਜੀ ਤੁਸੀਂ ਅਚਲ ਹੋ, ਤੁਸੀਂ ਗੁਪਤ ਹੋ, ਪ੍ਰਗਟ ਹੋ, ਤੁਹਾਨੂੰ ਜਾਣਿਆ ਨਹੀਂ ਜਾ ਸਕਦਾ। ਬੇਅੰਤ ਹੋ, ਅਟਲ ਹੋ, ਅਬਨਾਸੀ ਹੋ। ਤੁਸੀਂ ਸੱਚ ਸਰੂਪ ਹੋ, ਬਿਨਾਂ ਰੂਪ, ਨਿਰੰਕਾਰ ਹੋ, ਆਕਾਰ ਰਹਿਤ ਹੋ, ਬੇਮਿਸਾਲ ਹੋ, ਬਿਨਾਂ ਕਿਸੇ ਲੇਖੇ ਵਿੱਚ ਆਉਣ ਵਾਲੇ ਹੋ। ਤੁਸੀਂ ਕਰਮ ਤੋਂ ਰਹਿਤ, ਅਕਰਮ ਹੈ, ਅਭਰਮ ਹੈ, ਤੁਸੀਂ ਭਰਮ ਤੋਂ ਰਹਿਤ, ਤੁਸੀਂ ਵੈਰ ਰਹਿਤ ਹੋ।
ਅਬਨਾਸੀ ਹੋ, ਤੁਹਾਨੂੰ ਕਿਸੇ ਦਾ ਡਰ ਨਹੀਂ ਹੈ, ਤੁਹਾਡਾ ਕੋਈ ਆਦ ਨਹੀਂ ਹੈ, ਮੁੱਢ ਨਹੀਂ ਹੈ। ਸੁਭਾਇਕ ਪ੍ਰਗਟ ਹੋਣ ਵਾਲੇ ਹੋ, ਹਮੇਸ਼ਾ ਅਨੋਖੇ ਹੋ, ਪਵਿੱਤਰ ਹੋ, ਭੇਖ ਰਹਿਤ ਹੋ। ਤੁਸੀਂ ਰੇਖਾਵਾਂ ਵਿੱਚ ਨਹੀਂ, ਤੁਸੀਂ ਆਕਾਰ ਰਹਿਤ ਹੋ, ਤੁਸੀਂ ਮੋਹ ਤੇ ਮਾਇਆ ਦੀ ਮਮਤਾ ਤੋਂ ਰਹਿਤ ਹੋ, ਤੁਸੀਂ ਜਿੱਤੇ ਨਹੀਂ ਜਾ ਸਕਦੇ, ਅਚਿੱਤ ਹੋ, ਤੁਸੀਂ ਜਨਮ ਰਹਿਤ ਹੋ। ਤੁਸੀਂ ਕਦੇ ਰੱਬ ਜੀ ਬੁੱਢੇ ਨਹੀਂ ਹੁੰਦੇ, ਇਹ ਵੀ ਬ੍ਰਹਮਾ ਨੇ ਉਸ ਵੇਲੇ ਆਖਿਆ। ਤੁਸੀਂ ਇਸਤਰੀ ਰਹਿਤ ਹੋ, ਸਾਰਿਆਂ ਤੋਂ ਤੁਸੀਂ ਦੂਰ ਹੋ, ਸਭ ਦੇ ਨਜ਼ਦੀਕ ਵੀ ਹੋ, ਸਰਬ ਨਿਵਾਸੀ ਸਦਾ ਅਲੇਪਾ ਹੋ, ਹਮੇਸ਼ਾ ਨਿਰਲੇਪ ਰਹਿਣ ਵਾਲੇ ਹੋ, ਤੁਹਾਡਾ ਵਾਸਾ ਸਾਰਿਆਂ ਦੇ ਅੰਦਰ ਹੈ। ਪ੍ਰਭੂ ਜੀ ਤੁਸੀਂ ਬੇਅੰਤ ਹੋ, ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ। ਇਸ ਤਰ੍ਹਾਂ ਪ੍ਰਭੂ ਦੇ ਹਜ਼ਾਰਾਂ ਨਾਮ ਮੁਖ ਤੋਂ ਉਚਾਰਨ ਕੀਤੇ। ਉਸੇ ਖਿਨ ਗੈਬੀ ਆਵਾਜ਼ ਫਿਰ ਸੁਣਾਈ ਦਿੱਤੀ ਕਿ ਤਪ ਕਰੋ, ਤਪ ਕਰੋ। ਬ੍ਰਹਮਾ ਤੇਰੇ ਵਿੱਚ ਜਗਤ ਰਚਨਾ ਦੀ ਸ਼ਕਤੀ ਹੈ, ਫਿਰ ਜਗਤ ਦੀ ਰਚਨਾ ਕਰੋ। ਬ੍ਰਹਮਾ ਨੇ ਤਪੱਸਿਆ ਕੀਤੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਫਿਰ ਜਗਤ ਦੀ ਰਚਨਾ ਕੀਤੀ। ਗੁਰਬਾਣੀ ਕਹਿੰਦੀ ਹੈ ਬ੍ਰਹਮਾ ਇੱਕ ਨਹੀਂ ਹੈ, ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ। ਬ੍ਰਹਮਾ ਵਰਗੇ ਬਹੁਤ ਨੇ, ਤੇ ਜਿਹੜਾ ਸੰਸਾਰ ਹੈ ਉਹ ਕਿਸੇ ਦੇਵਤੇ ਨੇ ਨਹੀਂ, ਰੱਬ ਨੇ ਬਣਾਇਆ ਹੈ। ਕੀਤਾ ਪਸਾਓ ਏਕੋ ਕਵਾਓ, ਉਹ ਇੱਕ ਹੁਕਮ ਦੇ ਨਾਲ ਬਣਾ ਦਿੱਤਾ ਹੈ। ਜਦੋਂ ਇਹ ਗੱਲ ਕਹੀ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੇ ਸੋਈ, ਤੇ ਇੱਥੇ ਵੱਲ ਖਤਮ ਹੀ ਗੱਲ ਹੋ ਗਈ ਵੀ ਜਿਹਨੇ ਬਣਾਈ ਉਹੀ ਜਾਣਦਾ ਉਹਦੇ ਬਾਰੇ, ਹੋਰ ਕਿਸੇ ਨੂੰ ਤੇ ਪਤਾ ਵੀ ਨਹੀਂ ਹੈ ਕਦੋਂ ਬਣੀ, ਕਿਸ ਤਰ੍ਹਾਂ ਬਣੀ। ਤੇ ਇਸ ਤਰ੍ਹਾਂ ਕਹਿੰਦੇ ਨੇ ਗੁਰੂ ਸਾਹਿਬ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਸਾਧੂਆਂ ਨੂੰ ਇਹ ਸੁਣਾ ਰਹੇ ਹਨ। ਕਹਿੰਦੇ ਜਿਸ ਪ੍ਰਭੂ ਦਾ ਕੋਈ ਅੰਤ ਨਹੀਂ ਜਾਣ ਸਕਿਆ, ਬ੍ਰਹਮਾ ਭਾਲ ਕਰਦਾ ਹੀ ਰਹਿ ਗਿਆ। ਕਲਯੁਗ ਦੇ ਮਨੁੱਖ ਕੀ ਜਾਣ ਸਕਦੇ ਨੇ, ਨਹੀਂ ਜਾਣਿਆ ਜਾ ਸਕਦਾ। ਉਹ ਪਰਮੇਸ਼ਰ ਦੇ ਨਾਲ ਮੇਰੀ ਪ੍ਰੀਤ ਲੱਗੀ ਹੋਈ ਹੈ, ਹਿਰਦੇ ਵਿੱਚ ਹਮੇਸ਼ਾ ਲਈ ਉਹ ਵਸ ਰਹੇ ਹਨ। ਜਿਹਦੀ ਸੇਵਾ ਸ਼ਿਵ ਜੀ ਬ੍ਰਹਮਾ ਦੇ 4 ਪੁੱਤਰ ਕਰਦੇ ਹਨ। ਬੇਅੰਤ ਤੇ ਅੰਤ ਰਹਿਤ ਉਹ ਪ੍ਰਮਾਤਮਾ, ਬ੍ਰਹਮਾ ਤੋਂ ਲੈ ਕੇ ਸਾਰੇ ਦੇਵਤੇ ਹਮੇਸ਼ਾ ਉਹਨੂੰ ਬੇਅੰਤ ਆਖਦੇ ਨੇ। ਈਸ਼ਵਰ ਜੋ ਮੇਰੇ ਪ੍ਰਾਣਾਂ ਦਾ ਆਸਰਾ ਹੈ, ਉਹ ਮੇਰੇ ਮਨ ਵਿੱਚ ਵਸਦਾ ਹੈ। 8 ਪੈਰ ਮੈਂ ਉਸ ਨੂੰ ਭੁੱਲਦਾ ਨਹੀਂ। ਸੰਤ ਸੁਣ ਕੇ ਹਿਰਦੇ ਵਿੱਚ ਬਹੁਤ ਪ੍ਰਸੰਨ ਹੋਏ। ਉਹਨਾਂ ਮੁਖੋਂ ਧੰਨ ਹੋ, ਧੰਨ ਹੋ, ਫਿਰ ਆਖਿਆ ਤੁਸੀਂ ਧੰਨ ਹੋ, ਤੁਹਾਡੇ ਬਚਨ ਮੁਕਤੀ ਦੇਣ ਵਾਲੇ। ਉਹ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੂੰ, ਸਾਡੇ ਹਿਰਦੇ ਵਿੱਚ ਇੱਕ ਹੋਰ ਸ਼ੰਕਾ ਹੈ। ਇਹ ਅੱਖਾਂ ਕਿਹੜੀ ਵਸਤ ਹਨ, ਇਹਨਾਂ ਵਿੱਚੋਂ ਕੌਣ ਵੇਖਦਾ ਰਹਿੰਦਾ ਹੈ? ਅੱਗੇ ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਪ੍ਰਸੰਗ ਬਿਆਨ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਜੀ, ਸਤਿਨਾਮ ਵਾਹਿਗੁਰੂ ਜੀ। ਕਿਸ ਪ੍ਰਕਾਰ ਜੋ ਸਰਬ ਪਸਾਰਾ, ਦੇਖ ਲੈ ਜੋ ਕਹੋ ਵਿਚਾਰਾ। ਕਹਿੰਦੇ ਅੱਖਾਂ ਦੇ ਵਿੱਚੋਂ ਕੌਣ ਵੇਖਦਾ ਹੈ? ਤੇ ਗੁਰੂ ਸਾਹਿਬ ਕਹਿੰਦੇ ਇਹ ਸਾਰਾ ਸੰਸਾਰ ਦਾ ਪਸਾਰਾ, ਇਸ ਨੂੰ ਜਿਹੜਾ ਦੇਖਿਆ ਹੈ, ਇਹਦੇ ਬਾਰੇ ਸੰਤ ਜੀ ਕਹਿਣ ਲੱਗੇ ਦੱਸੋ। ਦੇਖ ਲੈ ਜੋ ਕਹੋ ਵਿਚਾਰਾ, ਉਸ ਬਾਰੇ ਸਾਨੂੰ ਵਿਚਾਰ ਦੱਸੋ ਜੀ। ਤੁਮ ਸਮ ਗਿਆਤਾ ਮਿਲਹਿ ਨਾ ਆਨੀ, ਸੁਣ ਪਦ ਦੁਤੀਏ ਕਹੋ ਗੁਣ ਖਾਨੀ। ਕਹਿਣ ਲੱਗੇ ਤੁਹਾਡੇ ਵਰਗਾ ਗਿਆਨਵਾਨ ਸਾਨੂੰ ਦੂਜਾ ਮਿਲਣਾ ਹੀ ਨਹੀਂ, ਇਸ ਵਾਸਤੇ ਤੁਸੀਂ ਦੱਸੋ ਸਾਨੂੰ। ਤੇ ਗੁਰੂ ਸਾਹਿਬ ਨੇ ਫਿਰ ਸ਼ਬਦ ਉਚਾਰਨ ਕੀਤਾ, ਰਵਸਸ ਦੀਪਕ ਜਾ ਕੇ ਤਿਰ ਭਵਨ ਏਕਾ ਜੋਤ ਮੁਰਾਰ, ਗੁਰਮੁਖ ਹੋਏ ਸੋ ਐਨਸ ਨਿਰਮਲ ਮਨਮੁਖ ਰਹਿਣ ਅੰਧਾਰ। ਕਹਿੰਦੇ ਚੰਦ ਤੇ ਸੂਰਜ
ਇਹ ਦੋ ਦੀਵੇ ਹਨ। ਤਿੰਨਾਂ ਲੋਕਾਂ ਵਿੱਚ ਇੱਕੋ ਉਸ ਹਰੀ ਦੀ ਜੋਤ ਹੈ। ਅਹੰਕਾਰ ਦੇ ਵੈਰੀ ਸੁਆਮੀ ਦਾ ਇੱਕ ਨੂਰ ਹੀ ਤਿੰਨਾਂ ਲੋਕਾਂ ਵਿੱਚ ਹੈ। ਜਿਹੜਾ ਮਨੁੱਖ ਗੁਰੂ ਜੀ ਦੇ ਦੱਸੇ ਰਾਹ 'ਤੇ ਤੁਰਦਾ ਹੈ, ਉਹ ਮਨੁੱਖ ਜਿਹੜਾ ਏ ਦਿਨ ਰਾਤ ਪਵਿੱਤਰ ਰਹਿੰਦਾ ਹੈ। ਗੁਰਮੁਖ ਹੋਵੇ ਸੋ ਐਨਸ ਨਿਰਮਲ। ਐਨਸ ਤੋਂ ਭਾਵ ਹੈ ਦਿਨ ਤੇ ਰਾਤ। ਮਨਮੁਖ ਰਹਿਣ ਅੰਧਾਰ। ਤੇ ਜਿਹੜਾ ਆਪਣੇ ਮਨ ਦੇ ਪਿੱਛੇ ਚੱਲਦਾ ਹੈ, ਉਹ ਮਨਮੁਖ ਹੁੰਦਾ ਹੈ। ਮਨਮੁਖ ਰਾਤ ਦੇ ਹਨੇਰੇ ਵਾਂਗ ਹੈ। ਅਗਿਆਨਤਾ ਦੇ ਟੋਏ ਵਿੱਚ ਧੱਸਿਆ ਰਹਿੰਦਾ ਹੈ ਜੀ। ਸੁਨਹੁ ਸੰਤ ਸ੍ਰੀ ਨਾਨਕ ਕਹੇ, ਚੰਦ ਸੂਰਜ ਮੈਂ ਜੋਤ ਜੋ ਆਹੇ। ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤਾ, ਸੰਤ ਜੀ ਇਹ ਚੰਦ ਤੇ ਸੂਰਜ ਜੋ ਪ੍ਰਕਾਸ਼ ਹੈ ਅਤੇ ਜਿਸ ਦੇ ਕਾਰਨ ਜਗਤ ਨੂੰ ਰੋਸ਼ਨੀ ਮਿਲਦੀ ਹੈ ਜੀ। ਜਿਹ ਤੇ ਜਗ ਮੈਂ ਹੋਤ ਉਜਾਲਾ, ਸੋ ਈਸ਼ਰ ਕੇ ਲਖੋ ਵਿਸਾਲਾ। ਜਿਹਦਾ ਕਰਕੇ ਸੰਸਾਰ ਵਿੱਚ ਰੋਸ਼ਨੀ ਹੁੰਦੀ ਹੈ, ਚਾਨਣ ਹੁੰਦਾ ਹੈ, ਉਹ ਪ੍ਰਭੂ ਦੀ ਵੱਡੀ ਦੇਣ ਮਹਾਨਤਾ ਜਾਣੋ ਜੀ। ਦਏ ਜੋਤ ਦੀਪਕ ਜਗ ਕੀਨੇ, ਤਹਿ ਬਿਦ ਜੋਤ ਸਰਬ ਘਟ ਚੀਨੇ। ਤੇ ਇਹਨਾਂ ਦੋਵਾਂ ਨੂੰ, ਚੰਦਰਮਾ ਨੂੰ ਤੇ ਸੂਰਜ ਨੂੰ, ਪਰਮਾਤਮਾ ਨੇ ਹੀ ਰੋਸ਼ਨੀ ਦੇ ਕੇ ਸੰਸਾਰ ਵਿੱਚ ਦੀਵੇ ਰੂਪੀ ਬਣਾ ਦਿੱਤਾ ਹੈ ਜੀ। ਤਿਸ ਤੇ ਨੈਣਨ ਨਦਰੇ ਆਵੈ, ਸਭ ਘਟ ਪ੍ਰਭ ਕੀ ਜੋਤ ਰਹਾਵੈ। ਪ੍ਰਭੂ ਦੀ ਜੋਤ ਕਾਰਨੀ ਅੱਖਾਂ ਨੂੰ ਨਜ਼ਰ ਆਉਂਦਾ ਹੈ। ਸਾਰਿਆਂ ਵਿੱਚ ਉਸ ਪ੍ਰਭੂ ਦੀ ਜੋਤ ਹੀ ਵਸਦੀ ਹੈ ਜੀ। ਹੋਏ ਜੇ ਗੁਰਮੁਖ ਜਨ ਹੈ ਤਬ ਹੈ, ਰਾਮ ਕਰ ਰਹੋ ਰਾਮ ਘਟ ਸਭ ਹੈ। ਆਪ ਜੀ ਨੇ ਦੇਖਿਆ ਹੋਏਗਾ ਕਈਆਂ ਮਨੁੱਖਾਂ ਦੀਆਂ ਅੱਖਾਂ ਚੰਗੀਆਂ ਭਲਾਂ ਵੇਖਣ ਨੂੰ। ਜਿਸ ਤਰ੍ਹਾਂ ਸਾਡੀਆਂ ਅੱਖਾਂ ਉਸ ਤਰ੍ਹਾਂ ਹੀ ਉਹਨਾਂ ਦੀਆਂ ਅੱਖਾਂ, ਪਰ ਉਹਨਾਂ ਨੂੰ ਦਿਸਦਾ ਨਹੀਂ। ਤੇ ਡਾਕਟਰ ਪਤਾ ਕੀ ਕਹਿੰਦੇ? ਕਹਿੰਦੇ ਪਿੱਛੋਂ ਜੋਤ ਚਲੀ ਗਈ ਹੈ। ਉਹ ਜੋਤ ਕਿਹਨੇ ਦਿੱਤੀ ਹੈ? ਉਹ ਰੱਬ ਨੇ ਦਿੱਤੀ ਹੈ। ਜਿਹਦੇ ਅੰਦਰੋਂ ਉਹ ਖੋਹ ਲੈਂਦਾ ਹੈ ਤੇ ਉਹਨੂੰ ਦਿਸਦਾ ਨਹੀਂ ਹੈ। ਭਾਵੇਂ ਅੱਖਾਂ ਦਾ ਢਾਂਚਾ ਦੂਜੇ ਮਨੁੱਖ ਵਾਂਗ ਹੀ ਬਣਿਆ ਹੋਇਆ ਹੈ, ਜਿਹੜਾ ਸਾਰਾ ਕੁਝ ਦੇਖਦਾ ਹੈ, ਪਰ ਉਹਨੂੰ ਨਹੀਂ ਦਿਸ ਰਿਹਾ। ਇਸ ਤਰ੍ਹਾਂ ਉਹ ਰੱਬ ਹੀ ਸਾਰਿਆਂ ਨੂੰ ਦੇਖਣ ਦੀ ਸ਼ਕਤੀ ਦਿੰਦਾ ਹੈ। ਗੁਰੂ ਸਾਹਿਬ ਜੀ ਇਸ ਤਰ੍ਹਾਂ ਉਹਨਾਂ ਸਾਧੂਆਂ ਨੂੰ, ਸੰਤਾਂ ਨੂੰ ਸਮਝਾਉਂਦੇ ਹਨ ਜੀ। ਕਬਹਿ ਨਾ ਮਨ ਮੁਖ ਮੁਗਧ ਪਛਾਨੈ, ਸਤਨਾਮ ਜੇ ਨਹੀਂ ਬਖਾਨ ਹੈ। ਪਰਮਾਤਮਾ ਸਾਰਿਆਂ ਵਿੱਚ ਰਮਿਆ ਹੋਇਆ ਹੈ। ਇਸ ਗੱਲ ਨੂੰ ਉਹੀ ਜਾਣ ਸਕਦਾ ਹੈ ਜੋ ਗੁਰਮੁਖ ਹੋਵੇਗਾ। ਪ੍ਰਭੂ ਦੇ ਨਾਮ ਦਾ ਜੇਕਰ ਕੋਈ ਸਿਮਰਨ ਨਹੀਂ ਕਰਦਾ, ਮਨ ਦੇ ਪਿੱਛੇ ਚੱਲਣ ਵਾਲਾ ਮਨਮੁਖ, ਉਹ ਮੂਰਖ ਗਵਾਰ ਕਦੇ ਵੀ ਪ੍ਰਭੂ ਦੀ ਪਹਿਚਾਣ ਨਹੀਂ ਕਰ ਸਕਦਾ ਜੀ। ਮੋਹ ਤਿਮਰ ਮਹਿ ਅੰਧੇ ਸੋਏ, ਪ੍ਰਭੂ ਮਾਰਗ ਨ ਜਨ ਹੈ ਓਏ। ਭਰਮ ਦੇ ਅੰਧੇਰੇ ਵਿੱਚ ਉਹੀ ਅਗਿਆਨੀ ਹਨ। ਅੰਧੇ ਤੋਂ ਭਾਵ ਅਗਿਆਨੀ, ਜਿਨ੍ਹਾਂ ਕੋਲ ਗਿਆਨ ਦੇ ਨੇਤਰ ਨਹੀਂ। ਭਰਮ ਦੇ ਹਨੇਰੇ ਵਿੱਚ ਉਹੀ ਅਗਿਆਨੀ ਹੈ ਜੋ ਪ੍ਰਭੂ ਦੇ ਰਾਹ ਤੋਂ ਅਣਜਾਣ ਰਹਿੰਦੇ ਹਨ ਜੀ। ਸੁਨ ਕਰ ਸੰਤ ਗਿਰਾ ਪੁਨ ਪ੍ਰਾਹੇ, ਅੰਧੇ ਭਏ ਨੈਣ ਜਿਨ ਨਾਹੀ। ਤੇ ਸੁਣ ਕੇ ਸੰਤਾਂ ਨੇ ਆਖਿਆ, ਜਿਹੜੇ ਲੋਕ ਅੰਨੇ ਹਨ ਤੇ ਉਹਨਾਂ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਜੀ। ਚੰਦ ਸੂਰਜ ਨਹ ਦਿਖੈ ਸੋਏ,
ਚਖ ਹਵੈ ਪਿਖ ਹੈ ਭਲੇ ਸਭ ਕੋਏ। ਤਾਂ ਉਹ ਚੰਦ ਤੇ ਸੂਰਜ ਨੂੰ ਦੇਖ ਨਹੀਂ ਸਕਦੇ। ਸਭ ਕੋਈ ਭਲੀ ਪ੍ਰਕਾਰ ਅੱਖਾਂ ਹੋਣ ਤੇ ਦੇਖਦਾ ਹੈ ਜੀ। ਤਨ ਲੋਚਨ ਕੇ ਜੋਤ ਜੇ ਆਹੇ, ਸੋ ਕਹੀਏ ਸੁਨ ਕਰ ਗੁਰ ਪ੍ਰਾਹੇ। ਉਹਨਾਂ ਦੀਆਂ ਅੱਖਾਂ ਦੀ ਜੋ ਰੋਸ਼ਨੀ ਹੈ ਉਹਦੇ ਬਾਰੇ ਦੱਸੋ। ਤੇ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ, ਸਿੱਧ ਸਮਾਦ ਕਰੈ ਸਭ ਝਗਰਾ, ਦੋ ਲੋਚਨ ਕਿਆ ਹੋਵੇ। ਕਹਿਣ ਲੱਗੇ ਸਿੱਧ ਲੋਕ ਸਮਾਧੀ ਵਿੱਚ ਨਿਤ ਝਗੜਾ ਕਰਦੇ ਹਨ, ਭਾਵ ਯਤਨ ਕਰਦੇ ਹਨ, ਪਰ ਇਹਨਾਂ ਦੋਵਾਂ ਅੱਖਾਂ ਇੰਦਰੀਆਂ ਨਾਲ ਕੀ ਵੇਖ ਸਕਦੇ ਹਨ। ਅੰਤਰ ਜੋਤ ਸ਼ਬਦ ਧੁਨ ਜਾਗੈ, ਸਤਿਗੁਰ ਝਗਰ ਨਬੇਰੈ। ਕਹਿੰਦੇ ਉਹ ਅੰਦਰ ਵਸਦੀ ਜੋਤ ਬਿਨਾਂ ਅੱਖਾਂ ਨਾਲ ਨਹੀਂ ਵੇਖਦੇ। ਨਾਮ ਸਿਮਰਨ ਦੀ ਨਿਰੰਤਰ ਧੁਨੀ ਜਾਗਦੀ ਹੈ ਤਾਂ ਸਤਿਗੁਰ ਸ਼ੰਕਾ ਦੂਰ ਕਰ ਦਿੰਦਾ ਹੈ ਜੀ। ਆਗੈ ਸਦਾ ਝਗਰ ਇਹੋ ਭਇਓ, ਸਿੱਧ ਸਾਧ ਸਭਨ ਨ ਕਿਓ। ਅੱਗੇ ਹਮੇਸ਼ਾ ਇਹੀ ਝਗੜਾ ਰਿਹਾ ਹੈ। ਉਤਮ ਸਿੱਧਾਂ ਨੇ, ਸੰਤਾਂ ਨੇ, ਸਭ ਨੇ ਇਹੋ ਹੀ ਕੀਤਾ ਹੈ ਜੀ। ਨਿਤ ਰਨ ਬਿਖੈ ਚਾਮ ਕੈ ਪਾਨੀ, ਸਭ ਜਾਣਤ ਓ ਬਾਤ ਨਾ ਛਾਨੀ। ਇਹ ਗੱਲ ਛੁਪੀ ਹੋਈ ਨਹੀਂ ਹੈ ਕਿ ਅੱਖਾਂ ਵਿੱਚ ਜਾਂ ਜਲ ਹੈ ਜਾਂ ਮਾਸ ਹੈ। ਅੱਖਾਂ ਦੇ ਵਿੱਚ ਮਾਸ ਦੀਆਂ ਬਣੀਆਂ ਹੋਈਆਂ ਨੇ, ਪਰ ਬੰਦੇ ਦੇ ਜਿੱਥੇ ਦੁੱਖ ਸਮੇਂ ਅੱਖਾਂ ਵਿੱਚ ਪਾਣੀ ਆਉਂਦਾ ਹੈ, ਉੱਥੇ ਕਈ ਵਾਰੀ ਖੁਸ਼ੀ ਸਮੇਂ ਵੀ ਆ ਜਾਂਦਾ ਹੈ। ਇਹਨਾਂ ਦਾ ਜਲ ਦੇ ਨਾਲ ਬਹੁਤ ਡੂੰਘਾ ਸੰਬੰਧ ਹੈ ਜੀ। ਇਨ ਮਹਿ ਦੇਖਤ ਵਸਤ ਸੋ ਕਿਆ ਹੈ, ਆਗੈ ਇਉਹੀ ਝਗਰ ਕਿਆ ਹੈ। ਇਸ ਵਿੱਚ ਉਹ ਕਿਹੜੀ ਚੀਜ਼ ਦੇਖਦੇ ਹਨ? ਅੱਗੇ ਇਸ ਢੰਗ ਨਾਲ ਕੇਵਲ ਝਗੜਾ ਹੀ ਕੀਤਾ ਹੈ ਜੀ। ਨਹਿ ਜਾਣਿਓ ਇਹ ਰਿਖਿਨ ਮੁਨੀਸ਼ਵਰ, ਸਿੱਧ ਸਾਧ ਜੇ ਬਹੁਤ ਤਪੀਸ਼ਵਰ। ਭਾਵੇਂ ਸਿੱਧ ਹੋਣ ਤੇ ਸ਼੍ਰੇਸ਼ਟ ਸੰਤ ਜੋ ਬਹੁਤ ਤਪਸਵੀ ਵੀ ਹੋਣ, ਉਹ ਰਿਸ਼ੀਆਂ ਮੁਨੀਆਂ ਨੇ ਇਸ ਬਾਰੇ ਇਹ ਨਹੀਂ ਜਾਣਿਆ ਜੀ। ਸਤਿਗੁਰ ਬਿਨਾ ਨਾ ਜਾਣਤ ਕੋਏ, ਅੰਤਰ ਵਸਤ ਪਿਖਤ ਹੈ ਜੋਏ। ਸੱਚੇ ਗੁਰੂ ਤੋਂ ਬਿਨਾ ਕੋਈ ਜਾਣ ਨਹੀਂ ਸਕਦਾ, ਸੋਝੀ ਨਹੀਂ ਲੈ ਸਕਦਾ ਕਿ ਅੰਦਰ ਜੋ ਚੀਜ਼ ਦਿਖਾਈ ਦਿੰਦੀ ਹੈ ਜੀ। ਅੰਤਰ ਉਰ ਕੇ ਜਾਗਤ ਜੋਤੇ, ਤਬ ਅੰਤਰ ਇਸਕੇ ਸੁਧ ਹੋਤੇ। ਹਿਰਦੇ ਅੰਦਰ ਉਸ ਪ੍ਰਭੂ ਦੀ ਜੋਤ ਜਗਦੀ ਹੈ ਤਾਂ ਉਸ ਵੇਲੇ ਇਸ ਅੰਦਰ ਸੋਝੀ ਹੋ ਜਾਂਦੀ ਹੈ। ਉਹ ਜੋਤ ਦਾ ਕਰਕੇ ਹੀ ਅੱਖਾਂ ਵੇਖਦੀਆਂ ਹਨ, ਉਹਦਾ ਕਰਕੇ ਹੀ ਕੰਨ ਸੁਣਦੇ ਹਨ, ਉਹਦਾ ਕਰਕੇ ਮੁਖ ਚੋਂ ਬੋਲਿਆ ਜਾਂਦਾ ਹੈ। ਜਿਸ ਦਿਨ ਉਹਨੇ ਉਹ ਸੱਤਾ ਖਿੱਚ ਲਈ, ਨਾ ਕੋਈ ਕਿਸੇ ਦੀ ਆਵਾਜ਼ ਸੁਣਦਾ ਹੈ ਤੇ ਨਾ ਅੱਖਾਂ ਦੇਖ ਸਕਦੀਆਂ ਨੇ, ਨਾ ਮੂੰਹ ਵਿੱਚੋਂ ਆਵਾਜ਼ ਹੀ ਨਿਕਲਦੀ ਹੈ। ਫਿਰ ਸਾਰਾ ਪਰਿਵਾਰ ਇਹ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਉੱਠ ਪੈਣ, ਹੋਸ਼ ਵਿੱਚ ਆ ਜਾਣ। ਹੁਣ ਅੰਦਰੋਂ ਆਸਰਾ ਹੀ ਖਿੱਚ ਲਿਆ ਰੱਬ ਨੇ। ਜਿੱਦਾਂ ਹੁਣ ਤਾਂ ਪੱਕੇ ਮਕਾਨ ਹਨ, ਵੱਡੇ ਵੱਡੇ ਮਹਿਲ ਬਣ ਗਏ। ਪਹਿਲਾਂ ਲੋਕੀ ਕੱਚੇ ਮਕਾਨ ਬਣਾਉਂਦੇ ਸਨ, ਉਹਨਾਂ ਦੇ ਥੱਲੇ ਛੱਤਾਂ ਦੇ ਥੰਮੀਆਂ ਦਿੰਦੇ ਸਨ ਲੱਕੜ ਦੀਆਂ। ਹੁਣ ਲੱਕੜ ਦੀ ਥੰਮੀ ਜੇ ਹਟਾ ਲਈਏ ਤਾਂ ਛੱਤ ਟਿਕ ਨਹੀਂ ਸਕਦੀ। ਜਿੱਦਾਂ ਇਹ ਦਰਬਾਰ ਹਾਲ ਬਣਿਆ ਤੇ ਇਹਦੀ ਜਿਹੜੀ ਛੱਤ ਹੈ ਉਹ ਬੀਮਾਂ ਦੇ ਆਸਰੇ ਤੇ ਟਿਕੀ ਹੋਈ ਹੈ। ਇਹ ਤੁਸੀਂ ਦੀਵਾਰਾਂ ਵੇਖ ਰਹੇ ਹੋ, ਵਿਚਕਾਰ ਦੋ ਵੱਡੇ ਬੀਮ ਦੇਖ ਰਹੇ ਹੋ, ਪਿੱਲਰ ਦੇਖ ਰਹੇ ਹੋ, ਪਰ ਛੱਤ ਤੇ ਬਹੁਤ ਹਨ। ਉਹ ਉੱਪਰ ਵੱਲ ਨੂੰ ਨਿਕਲੇ ਹੋਏ ਨੇ, ਉਹਨਾਂ ਦੇ ਆਸਰੇ ਛੱਤ ਖੜੀ ਹੈ।
ਇਸੇ ਤਰ੍ਹਾਂ ਜੇ ਸਾਡਾ ਸਰੀਰ ਚੱਲ ਰਿਹਾ ਹੈ ਤੇ ਰੱਬ ਦੀ ਸੱਤਾ ਦੇ ਕਰਕੇ ਚੱਲ ਰਿਹਾ ਹੈ। ਜਿਸ ਦਿਨ ਉਹ ਖਿੱਚ ਲੈਂਦਾ, ਥੰਮੀ ਖਿੱਚ ਲੈਂਦਾ, ਸਰੀਰ ਤੜਾਕ ਕਰਕੇ ਜ਼ਮੀਨ ਤੇ ਡਿੱਗਦਾ ਹੈ, ਮੁੜ ਕੇ ਖੜਾ ਹੀ ਨਹੀਂ ਹੁੰਦਾ। ਬੜੀ ਕੋਸ਼ਿਸ਼ ਕਰਦੇ, ਕਈ ਵਾਰੀ ਗੱਡੀ ਦੌੜਾ ਕੇ ਹਸਪੀਟਲ ਪਹੁੰਚਦੇ, ਉਹ ਕਹਿੰਦੇ ਵੀ ਨਹੀਂ, ਇਹਨੂੰ ਤਾਂ ਇੰਨੇ ਮਿੰਟ ਹੋ ਗਏ ਨੇ ਜਾਂ ਘੰਟਾ ਹੋ ਗਿਆ, ਪ੍ਰਾਣ ਪੰਖੇਰੂ ਹੋ ਗਏ ਨੇ। ਇਸ ਤਰ੍ਹਾਂ ਜੇ ਅਸੀਂ ਦੇਖ ਰਹੇ ਹਾਂ ਤੇ ਰੱਬ ਦੀ ਸੱਤਾ ਦਾ ਕਰਕੇ ਹੀ ਦੇਖ ਰਹੇ ਹਾਂ। ਕਹਿੰਦੇ ਕਿ ਲੋਕ ਆਪਸ ਵਿੱਚ ਝਗੜਾ ਬੜਾ ਖੜਾ ਕਰ ਦਿੰਦੇ ਨੇ, ਪਰ ਅਸਲ ਵਿੱਚ ਗੁਰੂ ਦੇ ਸ਼ਬਦ ਦਾ ਜੋ ਲਿਵ ਲਗਾ ਕੇ ਸਿਮਰਨ ਕਰਦੇ ਹਨ, ਪੁੰਨ ਧੁਨ ਸੁਣੇ ਦਸਮ ਜੋ ਦਰ ਹੀ। ਕਹਿੰਦੇ ਫਿਰ ਉਹਨਾਂ ਨੂੰ ਦਸਵੇਂ ਦਵਾਰ ਦੀ ਜੋ ਧੁਨ ਸੁਣਾਈ ਦਿੰਦੀ ਹੈ ਜੀ। ਸ੍ਰੀ ਸਤਿਗੁਰ ਇਹ ਝਗਰ ਨਿਬੇਰੈ, ਔਰ ਨ ਜਨਹਿ ਕੋ ਨ ਹੀਰੈ। ਇਸ ਬਾਰੇ ਸੱਚਾ ਗੁਰੂ ਹੀ ਝਗੜਾ ਨਿਬੇੜਦਾ ਹੈ, ਹੋਰ ਕੋਈ ਨਹੀਂ ਜਾਣਦਾ ਤੇ ਨਾ ਹੀ ਦੇਖਦਾ ਹੈ ਜੀ। ਸਭ ਇੰਦਰੀਆਂ ਕਿਰਿਆ ਜੋ ਕਰਹਿ, ਪਰਮ ਜੋਤ ਕੇ ਹੋਇ ਅਨੁਸਰਹਿ। ਹੁਣ ਜਿਹੜੀਆਂ ਸਾਰੀਆਂ ਇੰਦਰੀਆਂ ਨੇ, 5 ਕਰਮ ਇੰਦਰੇ ਨੇ, 5 ਗਿਆਨ ਇੰਦਰੇ ਨੇ, ਉਹ ਕਿਸ ਤਰ੍ਹਾਂ ਕੰਮ ਕਰਦੇ ਨੇ? ਉਹ ਪਰਮ ਜੋਤ ਪ੍ਰਭੂ ਦੇ ਮੁਤਾਬਕ ਹੀ, ਜੋ ਉਹਨੇ ਅੰਦਰ ਸੱਤਾ ਪਾਈ ਹੋਈ ਹੈ ਉਹਦੇ ਮੁਤਾਬਕ ਹੀ। ਹੁਣ ਹੱਥ ਜਿਹੜਾ ਵਾ ਤਾਂ ਠਾਂ ਹੋਇਆ ਤੇ ਇਹਨੂੰ ਪਿੱਛੋਂ ਸ਼ਕਤੀ ਮਿਲੀ ਹੈ ਤੇ ਹੋਇਆ ਹੈ। ਜੇ ਅਸੀਂ ਤੁਰਦੇ ਫਿਰਦੇ ਹਾਂ ਤੇ ਉਹ ਸ਼ਕਤੀ ਪਰਮਾਤਮਾ ਦੀ ਕਿਰਪਾ ਨਾਲ ਹੀ ਮਿਲ ਰਹੀ ਹੈ। ਬਰੀਕ ਵਾਲ ਵਰਗੀ ਨਸ ਵੀ ਜੇ ਉਹ ਦਬਾ ਦੇ ਨਾ ਤੇ ਫਿਰ ਪੂਰਾ ਸਰਕਲ ਹੀ ਬੰਦ ਹੋ ਜਾਂਦਾ ਹੈ। ਦਿਮਾਗ ਵਿੱਚੋਂ ਨਸ ਬੰਦ ਕਰਦਾ ਹੈ। ਉਹ ਸਾਡੇ ਕੀਤੇ ਕਰਮਾਂ ਦੇ ਅਨੁਸਾਰ ਹੀ ਹੁੰਦਾ ਹੈ। ਪਿਛਲੇ ਜੋ ਕਰਮ ਨੇ ਉਹਨਾਂ ਦੇ ਸੰਸਕਾਰ ਬਣਦੇ ਨੇ, ਉਹ ਜੀਵਨ ਵਿੱਚ ਐਡ ਹੋ ਜਾਂਦੇ, ਉਹਨਾਂ ਅਨੁਸਾਰ ਦੁੱਖ ਸੁੱਖ ਮਿਲਦਾ ਹੈ। ਰੱਬ ਆਪਣੇ ਕੋਲੋਂ ਕੁਝ ਵੀ ਨਹੀਂ ਕਰਦਾ, ਪਰ ਕਰਮ ਵੇਖ ਕੇ ਫਿਰ ਉਹ ਸਾਡੇ ਦੁੱਖ ਸੁੱਖ ਜੀਵਨ ਵਿੱਚ ਦਿੰਦਾ ਹੈ। ਇਹ ਗੱਲ ਪੱਕੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਨਾ। 3 ਮਿੱਤਰ ਨੇ ਬੰਦੇ ਦੇ, ਇੱਕ ਹੈ ਮਾਇਆ, ਪਹਿਲਾ ਮਿੱਤਰ ਜਿਹੜਾ ਹੈ, ਦੂਜਾ ਹੈ ਪਰਿਵਾਰ ਤੇ ਤੀਜੇ ਨੇ ਕਰਮ। ਜਦੋਂ ਬੰਦੇ ਦੇ ਪ੍ਰਾਣ ਪੰਖੇਰੂ ਹੁੰਦੇ ਨੇ ਤੇ ਮਾਇਆ ਦਾ ਉਸੇ ਵੇਲੇ ਸਾਥ ਮੁੱਕ ਜਾਂਦਾ ਹੈ। ਪਰਿਵਾਰ ਜਿਹੜਾ ਉਹ ਸਰੀਰ ਦੇ ਨਾਲ ਸ਼ਮਸ਼ਾਨ ਭੂਮੀ ਤੱਕ ਜਾਂਦਾ ਹੈ ਤੇ ਜਿਹੜੇ ਕਰਮ ਨੇ ਉਹ ਬੰਦੇ ਦੇ ਨਾਲ ਹੀ ਜਾਂਦੇ ਨੇ। ਇਸੇ ਵਾਸਤੇ ਜ਼ੋਰ ਦਿੱਤਾ ਗਿਆ, ਚੰਗੇ ਕਰਮ ਕਰੋ, ਚੰਗੇ ਕਰਮ ਕਰੋ। ਗੁਰਬਾਣੀ ਦੇ ਵਿੱਚ ਇਹੀ ਜ਼ੋਰ ਦਿੱਤਾ ਗਿਆ ਹੈ ਕਿ ਬੰਦੇ ਨੇ ਕੰਮ ਚੰਗੇ ਕਰਨੇ ਨੇ, ਭਲੇ ਕਰਮ ਕਰਨੇ ਨੇ। ਮੰਦ ਕਰਮੀ ਕਰੇਗਾ ਤੇ 84 ਲੱਖ ਜੂਨਾਂ ਦੇ ਚੱਕਰ ਵਿੱਚ ਪੈ ਜਾਏਗਾ, ਤੇ ਜੇ ਚੰਗੇ ਕਰਮ ਕਰੇਗਾ, ਇਹ ਪਲੇਟਫਾਰਮ, ਇਹ ਇੱਕ ਥਾਂ, ਮੌਕਾ ਹੈ, ਇੱਥੋਂ ਫਿਰ ਰੱਬ ਦੇ ਘਰ ਵਿੱਚ ਪ੍ਰਵਾਨ ਵੀ ਹੋ ਸਕਦਾ ਹੈ। ਜਿੱਦਾਂ ਲੱਕੜ ਦੀ ਪੌੜੀ ਲਾਉਂਦੇ ਆ ਨਾ ਮਕਾਨਾਂ ਨੂੰ ਉੱਤੇ ਚੜ੍ਹਨ ਵਾਸਤੇ, ਅਖੀਰਲਾ ਡੰਡਾ ਜਿਹੜਾ ਹੁੰਦਾ ਹੈ ਉਹ ਹੈ ਮਨੁੱਖਾ ਜਨਮ ਹੈ, 84 ਲੱਖ ਪੌੜੀ ਦਾ। ਤੇ ਜੇ ਕੋਈ ਉੱਪਰਲੇ ਡੰਡੇ ਤੇ ਪਹੁੰਚ ਕੇ ਪੈਰ ਰੱਖੇ ਤੇ ਹੱਥ ਹੀ ਛੱਡ ਦੇਵੇ ਵੀ ਹੁਣ ਤੇ ਮੈਂ ਪਹੁੰਚ ਹੀ ਗਿਆ, ਹੁਣ ਤੇ ਮੈਂ ਪੈਰ ਛੱਤ ਤੇ ਰੱਖਣਾ ਤੇ ਮੈਂ ਤੇ ਪਹੁੰਚ ਹੀ ਗਿਆ, ਅਚਾਨਕ ਪੈਰ ਤਿਲਕ ਜੇ ਤੇ ਫਿਰ ਜ਼ਮੀਨ ਤੇ ਆ ਕੇ ਡਿੱਗਦਾ ਹੈ। ਜੇ ਇੱਥੋਂ ਤਿਲਕ ਗਏ ਨਾ ਮਨੁੱਖਾ ਜਨਮ ਤੋਂ, ਤੇ ਫਿਰ ਸਿੱਧਾ 84 ਲੱਖ ਜੂਨ ਵਿੱਚ ਪਹੁੰਚਾਂਗੇ। ਸਾਹਿਬ ਜੀ ਕਹਿੰਦੇ, ਪੌੜੀ ਛੁੜਕੀ ਹਾਥ ਨਾ ਆਵੇ, ਐਲਾ ਜਨਮ ਗਵਾਇਆ। ਇਹ ਜੇ ਵਿਅਰਥ ਗਵਾਤਾ ਨਾ ਮਨੁੱਖਾ ਜਨਮ, ਤੇ ਫਿਰ ਵੇਲਾ ਹੱਥ ਨਹੀਂ ਜੇ ਆਉਣਾ। ਜਿੱਦਾਂ ਅਸੀਂ
ਸਟੇਸ਼ਨ ਤੇ ਜਾਂਦੇ ਆ ਅਸੀਂ, ਗੱਡੀ ਪਕੜਨੀ ਆ ਤੇ ਲੇਟ ਹੋ ਜਾਈਏ ਤੇ ਗੱਡੀ ਨਿਕਲ ਜਾਂਦੀ ਹੈ ਤੇ ਮੁੜ ਕੇ ਉੱਥੇ ਅਸੀਂ ਹੱਥ ਹੀ ਮਲਦੇ ਆ, ਫਿਰ ਪਛਤਾਉਣੇ ਹੀ ਹੈ। ਹੋਰ ਕੁਝ ਨਹੀਂ ਪੱਲੇ ਪੈਂਦਾ। ਜਾਂ ਪਰਿਵਾਰ ਤੇ ਗੁੱਸਾ ਕੱਢ ਲਾਂਗੇ, ਨਿਆਣਿਆਂ ਤੇ ਗੁੱਸਾ ਕੱਢ ਲਾਂਗੇ ਕਿ ਤੁਸੀਂ ਲੇਟ ਕਰ ਦਿੱਤਾ, ਤੁਸੀਂ ਛੇਤੀ ਤੁਰੇ ਨਹੀਂ, ਹੋਰ ਕੁਝ ਨਹੀਂ ਹੋਣਾ। ਹਾਂ, ਉਹ ਤੇ ਗੱਡੀ ਨਿਕਲ ਗਈ ਤੇ ਅਗਲੇ ਦਿਨ ਅਸੀਂ ਜਾਂ ਉਸੇ ਦਿਨ ਥੋੜ੍ਹੀ ਦੇਰ ਬਾਅਦ ਦੂਜੀ ਗੱਡੀ ਤੇ ਜਾ ਸਕਦੇ ਹਾਂ। ਪਰ ਇੱਥੇ ਜਦੋਂ ਅਸੀਂ ਵੇਲਾ ਗਵਾ ਲਿਆ ਨਾ ਤੇ ਫਿਰ ਬੜਾ ਲੰਬਾ ਪੰਧ ਹੈ, ਬੜਾ ਲੰਬਾ। ਇਸ ਵਾਸਤੇ ਸੁਚੇਤ ਹੋ ਕੇ ਇਹ ਮਨੁੱਖਾ ਜਨਮ ਵਿੱਚ ਅਸੀਂ ਜੀਵਨ ਜਿਉਣਾ ਹੈ। ਬੜੇ ਪਿਆਰ ਦੇ ਨਾਲ ਕਹਿੰਦੇ ਨੇ ਕਿ ਸਭ ਇੰਦਰੀਆਂ ਕਿਰਿਆ ਜੋ ਕਰਹੀ, ਪਰਮ ਜੋਤ ਕੇ ਹਵੈ ਅਨੁਸਰਹੀ। ਜਿਹੜੇ ਸਾਰੇ ਇੰਦਰੇ ਕੰਮ ਕਰਦੇ ਨਾ, ਉਹ ਪਰਮ ਜੋਤ ਪ੍ਰਭੂ ਦੇ ਮੁਤਾਬਕ ਹੀ ਹੁੰਦਾ ਹੈ ਜੀ। ਸੋ ਤੁਮ ਖੁਜਹੁ ਅੰਤਰ ਦੇਹੇ, ਪਾਏ ਲਿਹੋਗੇ ਸੁਧ ਹੈ ਜਿਹੇ। ਸੋ ਤੁਸੀਂ ਆਪਣੀ ਦੇਹੀ ਦੇ ਅੰਦਰ ਖੋਜਣਾ ਕਰੋ, ਜਿਹੋ ਜਿਹੀ ਸੋਝੀ ਹੋਵੇਗੀ ਤੁਸੀਂ ਪ੍ਰਾਪਤ ਕਰ ਲਵੋਗੇ ਜੀ। ਸੁਨ ਕੈ ਸੰਤ ਹਰਖ ਉਰ ਧਰ ਕੈ, ਪੁਨ ਬੂਜਨ ਕੀਏ ਬਚਨ ਉਚਰ ਕੈ। ਕਹਿੰਦੇ ਸੁਣ ਕੇ ਨਾ ਜਿਹੜੇ ਸੰਤ ਸਾਧੂ ਸਨ, ਹਿਰਦੇ ਵਿੱਚ ਪ੍ਰਸੰਨ ਹੋ ਗਏ। ਹਰਖ ਕਹਿੰਦੇ ਪ੍ਰਸੰਨਤਾ ਨੂੰ। ਤੇ ਫਿਰ ਕੁਝ ਹੋਰ ਪੁੱਛਣ ਲਈ ਉਹਨਾਂ ਨੇ ਬਚਨ ਕੀਤਾ ਜੀ। ਏਕੰਕਾਰ ਪ੍ਰਭੂ ਕਰਤਾਰਾ, ਕਿਹ ਬਿਦ ਮਿਲਹਿ ਜਿਹਵੈ ਨਿਸਤਾਰਾ। ਕਹਿੰਦੇ ਇੱਕ ਪਰਮਾਤਮਾ ਹੈ, ਵਾਹਿਗੁਰੂ ਹੈ, ਉਹ ਕਿਹੜੇ ਢੰਗ ਤਰੀਕੇ ਨਾਲ ਮਿਲੇਗਾ ਜਿਸ ਨਾਲ ਉਧਾਰ ਹੋ ਜਾਵੇ ਜੀ। ਕਉ ਨ ਜਤਨ ਸੋ ਪਾਇਆ ਜਾਏ, ਸੋ ਸੁਧ ਦੇਹੋ ਹਮਕੋ ਸਮਝਾਏ। ਕਿਹੜੇ ਯਤਨ ਕਰਕੇ ਪ੍ਰਭੂ ਦੀ ਪ੍ਰਾਪਤੀ ਹੋਵੇਗੀ, ਉਹ ਯਤਨ ਕਿਰਪਾ ਕਰਕੇ ਸਾਨੂੰ ਦੱਸ ਦੇਵੋ ਜੀ। ਸ੍ਰੀ ਨਾਨਕ ਪੁਨ ਕੀਨ ਅਲਾਵਨ, ਪੂਰਨ ਕੀਨੋ ਸ਼ਬਦ ਸੁਹਾਵਨ। ਗੁਰੂ ਸਾਹਿਬ ਜੀ ਨੇ ਸ਼ਬਦ ਦਾ ਚੌਥਾ ਪਦਾ ਉਚਾਰਨ ਕੀਤਾ। ਕਹਿਣ ਲੱਗੇ ਸੁਰ ਨਰ ਨਾਥ ਬੇਅੰਤ ਅਜੋਨੀ, ਸਾਚੇ ਮਹਿਲ ਅਪਾਰਾ, ਨਾਨਕ ਸਹਿਜ ਮਿਲੇ ਜਗ ਜੀਵਨ, ਨਦਰ ਕਰੋ ਨਿਸਤਾਰਾ। ਦੇਵਤਿਆਂ ਵਰਗੇ ਨਰਾਂ ਮਨੁੱਖਾਂ ਦੇ ਮਾਲਕ, ਬੇਅੰਤ ਜੂਨ ਰਹਿਤ ਹਰੀ ਅਜੂਨੀ, ਮੈਨੂੰ ਆਪ ਦੇ ਅਟਲ ਤੇ ਅਦੁੱਤੀ ਮਹਿਲ ਵਿੱਚ ਸਹਿਜ ਅਵਸਥਾ ਦੁਆਰਾ। ਸਹਿਜ ਅਵਸਥਾ ਉਹ ਹੁੰਦੀ ਹੈ ਜਿੱਥੇ ਫਿਰ ਮਨੁੱਖ ਡੋਲਦਾ ਨਹੀਂ ਹੈ। ਜਿੱਦਾਂ ਪ੍ਰਹਿਲਾਦ ਨੂੰ ਹਨੇਰੇ ਕੋਠੇ ਵਿੱਚ ਬੰਦ ਕਰ ਦਿੱਤਾ, ਡੋਲਿਆ ਨਹੀਂ, ਪਹਾੜ ਤੋਂ ਸੁੱਟਿਆ, ਰੁੱਖ ਤੋਂ ਧੱਕਾ ਦੇ ਦਿੱਤਾ, ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ, ਹੋਲਕਾਂ ਲੈ ਕੇ ਅੱਗ ਵਿੱਚ ਬਹਿ ਗਈ, ਡੋਲਿਆ ਨਹੀਂ, ਉਹ ਹੈ ਸਹਿਜ ਅਵਸਥਾ। ਫਿਰ ਤਤਾ ਥੰਮਤ ਪਾ ਕੇ ਹਰਨਾਕਸ਼ ਨੇ ਆਖਿਆ ਇਹਨੂੰ ਜੱਫੀ ਪਾ ਲੈ, ਉਹਨੇ ਗਲਵਕੜੀ ਪਾ ਲਈ, ਡੋਲਿਆ ਨਹੀਂ। ਫਿਰ ਉਹਨੇ ਕਿਰਪਾਨ ਕੱਢ ਲਈ, ਕਹਿੰਦਾ ਹੁਣ ਵੇਖਦਾ ਤੈਨੂੰ ਕੌਣ ਬਚਾਉਂਦਾ ਹੈ। ਤੇ ਉਸ ਵੇਲੇ ਉਹ ਥੰਮ ਦੋ ਫਾੜ ਹੋ ਗਿਆ। ਮਾਤਾ ਨਰਸਿੰਘ ਕਾ ਰੂਪ ਨਿਵਾਰ, ਹਰਨਾਕਸ਼ ਨੱਖੀ ਬਿਦਾਰਿਆ, ਪ੍ਰਹਿਲਾਦ ਲਿਆ ਉਬਾਰ। ਹਰਨਾਕਸ਼ ਨੂੰ ਮਾਰ ਦਿੱਤਾ ਤੇ ਪ੍ਰਹਿਲਾਦ ਨੂੰ ਬਚਾ ਲਿਆ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਤੇ ਇੱਥੇ ਬੇਨਤੀ ਕਰਦੇ ਨੇ, ਕਹਿੰਦੇ
ਤੁਹਾਡੇ ਅਟਲ ਤੇ ਅਦੁੱਤੀ ਮਹਿਲ ਵਿੱਚ ਸਹਿਜ ਅਵਸਥਾ ਦੁਆਰਾ ਜਗਤ ਜੀਵਨ ਮਿਲ ਜਾਵੇ। ਜੇਕਰ ਤੁਸੀਂ ਮਿਹਰ ਦੀ ਨਜ਼ਰ ਦੇ ਨਾਲ ਮੈਨੂੰ ਤਾਰ ਦੇਵੋ ਜੀ। ਬੇਸ਼ੁਮਾਰ ਸੁਰ ਨਰਨ ਪਤ ਮੰਦਰ ਜਾਹਿ ਅਪਾਰ। ਦੇਵਤਿਆਂ ਦੇ ਤੇ ਮਨੁੱਖਾਂ ਦੇ ਰਾਜਾ ਪ੍ਰਭੂ ਬੇਅੰਤ ਹਨ, ਬੇਅੰਤ ਹੀ ਉਸ ਦੇ ਮਹਿਲ ਹਨ ਜੀ। ਸਹਿਜ ਭਾਏ ਸੋ ਮਿਲਤ ਹੈ ਤੇ ਨਦਰੀ ਨਿਸਤਾਰ। ਉਹ ਪ੍ਰਮਾਤਮਾ ਸਹਿਜ ਸੁਭਾਅ ਮਿਲਦਾ ਹੈ, ਗੁਰੂ ਦੀ ਰਾਹੀਂ ਮਿਲਦਾ ਹੈ, ਉਹਦੀ ਕਿਰਪਾ ਨਾਲ ਮੁਕਤੀ ਹੁੰਦੀ ਹੈ ਜੀ। ਸੰਤਨ ਸੁਨ ਕਰ ਬਚ ਇਸ ਭਾਤੇ ਨਸਿਓ ਭਰਮ ਉਪਜੇ ਮਨ ਸ਼ਾਂਤੀ। ਸੰਤਾਂ ਨੇ ਇਸ ਪ੍ਰਕਾਰ ਗੁਰੂ ਸਾਹਿਬ ਜੀ ਤੋਂ ਬਚਨ ਸੁਣੇ ਤੇ ਉਹਨਾਂ ਦਾ ਭਰਮ ਦੂਰ ਹੋ ਗਿਆ, ਉਹਨਾਂ ਦੇ ਅੰਦਰ ਸ਼ਾਂਤੀ ਦਾ ਵਾਸਾ ਹੋ ਗਿਆ ਜੀ। ਹਾਥ ਜੋਰ ਪਦ ਬੰਧਨ ਕਰਹਿ ਬਾਰ ਬਾਰ ਬਹੁ ਬਿਨ ਉਚਰਹਿ। ਉਹ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕਰਨ ਲੱਗੇ ਤੇ ਵਾਰ-ਵਾਰ ਬੇਨਤੀਆਂ ਕਰਦੇ ਸਨ ਜੀ। ਤੁਮ ਪਰਮੇਸ਼ਰ ਕੋ ਅਵਤਾਰਾ ਨਰਨ ਉਦਾਹਰਨ ਕੋ ਤਨ ਧਾਰਾ। ਉਹ ਕਹਿਣ ਲੱਗੇ ਕਿ ਤੁਸੀਂ ਪਰਮੇਸ਼ਰ ਦੇ ਅਵਤਾਰ ਹੋ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਤੁਸੀਂ ਲੋਕਾਂ ਦਾ ਉਧਾਰ ਕਰਨ ਲਈ ਮਨੁੱਖੀ ਜਾਮੇ ਵਿੱਚ ਆਏ ਹੋ ਤੇ ਰੱਬ ਕਦੇ ਅਵਤਾਰ ਨਹੀਂ ਧਾਰਦਾ। ਰੱਬ ਜਨਮ ਲੈ ਕੇ ਸੰਸਾਰ ਤੇ ਨਹੀਂ ਆਉਂਦਾ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਹਨ, ਰੱਬ ਨਹੀਂ। ਉਹਨਾਂ ਆਪ 10ਵੇਂ ਜਾਮੇ 'ਚ ਕਹਿ ਦਿੱਤਾ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਰੱਬ ਆਪਣੀ ਕਿਸੇ ਨਾ ਕਿਸੇ ਸ਼ਕਤੀ ਨੂੰ ਭੇਜਦਾ ਹੈ, ਜਿੱਦਾਂ ਉਹਨਾਂ ਗੁਰੂ ਨਾਨਕ ਦੇਵ ਜੀ ਨੂੰ ਭੇਜਿਆ। ਇੱਥੇ ਇਹ ਕਹਿਣਾ ਬਣਦਾ ਹੈ ਕਿ ਸਾਧੂਆਂ ਨੇ ਆਖਿਆ ਤੁਸੀਂ ਪਰਮਾਤਮਾ ਦੇ ਭੇਜੇ ਹੋਏ ਸੰਸਾਰ ਤੇ ਆਏ ਹੋ, ਲੋਕਾਂ ਦਾ ਉਧਾਰ ਕਰਨ ਵਾਸਤੇ ਮਨੁੱਖੀ ਜਾਮੇ ਵਿੱਚ ਆਏ ਹੋ ਜੀ। ਹਮ ਕੋ ਦੂਜੇ ਨਾਹੀ ਥਾਓ ਕਰਹੁ ਮੁਕਤ ਦੇ ਆਪਣਾ ਨਾਓ। ਸਾਨੂੰ ਹੋਰ ਕੋਈ ਥਾਂ ਨਹੀਂ ਹੈ, ਸਾਡਾ ਹੋਰ ਕੋਈ ਟਿਕਾਣਾ ਨਹੀਂ। ਕਿਸ ਹੀ ਕੋਈ ਕੋਏ ਮਾਂਜਨ ਮਾਣੀ ਹਿੱਕ ਤੂੰ, ਮੇਰਾ ਤੇ ਟਿਕਾਣਾ ਹੀ ਤੂੰ ਹੈ। ਕਹਿੰਦੇ ਇਸ ਤਰ੍ਹਾਂ ਸਾਡਾ ਹੋਰ ਕੋਈ ਟਿਕਾਣਾ ਨਹੀਂ। ਨਾਮ ਦੀ ਦਾਤ ਬਖਸ਼ ਕੇ ਸਾਨੂੰ ਮੁਕਤੀ ਦੇਵੋ ਜੀ। ਬਹੁ ਦਿਨ ਹਮ ਭਰਮਤ ਜਗ ਫਿਰੇ ਅਬ ਨਿਸ਼ਚੈ ਕਰ ਤੁਮ ਗੁਰ ਕਰੇ। ਅਸੀਂ ਬਹੁਤ ਦਿਨ ਭਰਮਾਂ ਵਿੱਚ ਘੁੰਮਦੇ ਰਹੇ ਹਾਂ, ਹੁਣ ਅਸੀਂ ਸ਼ਰਧਾ ਧਾਰਨ ਕਰਕੇ ਆਪ ਜੀ ਨੂੰ ਗੁਰੂ ਮੰਨ ਲਿਆ ਹੈ ਜੀ। ਸ਼ਰਨ ਪਰੇ ਕੀ ਰਾਖੋ ਸੁਆਮੀ ਹਮ ਸਦੀਵ ਤੁਮਰੇ ਅਨੁਗਾਮੀ। ਆਖਿਆ ਸੁਆਮੀ ਜੀ, ਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਤੇ ਸ਼ਰਨ ਆਇਆਂ ਦੀ ਲਾਜ ਰੱਖ ਲਵੋ। ਅਸੀਂ ਹਮੇਸ਼ਾ ਤੁਹਾਡੇ ਅਨੁਸਾਰ ਹੀ ਹਾਂ ਜੀ। ਸ਼੍ਰੀ ਨਾਨਕ ਤਿਨ ਪ੍ਰਤ ਕਹਿਓ ਧਰ ਸ਼ਰਦਾ ਦਿਨ ਰੈਨ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਸਾਧੂਆਂ ਨੂੰ, ਸੰਤਾਂ ਨੂੰ ਕਿਹਾ, ਦਿਨ ਰਾਤ ਰੱਬ ਦੇ ਵਿੱਚ ਸ਼ਰਧਾ ਰੱਖੋ ਜੀ। ਵਾਹਿਗੁਰੂ ਸਿਮਰਨ ਕਰੋ ਹੋਵਹੁ ਮੋਖ ਸੁਖੈਨ। ਤੇ ਸ਼ਰਧਾ ਰੱਖ ਕੇ ਰੱਬ ਵਿੱਚ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ ਤਾਂ ਜੋ ਸੁੱਖਾਂ ਵਾਲੀ ਮੁਕਤੀ ਮਿਲ ਸਕੇ ਜੀ। ਇਸ ਪ੍ਰਕਾਰ ਤਿਨ ਦੇ ਉਪਦੇਸ਼ਾ
ਕੀਨ ਗਮਨ ਆਗੇ ਜਗਤੀਸ਼ਾ। ਇਸ ਤਰ੍ਹਾਂ ਉਹਨਾਂ ਸੰਤਾਂ ਨੂੰ ਉਪਦੇਸ਼ ਦੇ ਕੇ ਜਗਤ ਦੇ ਮਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਗੇ ਚੱਲ ਪਏ ਹਨ ਜੀ। ਜਨ ਸੰਤਨ ਕਰ ਹਿਰਦੇ ਉਮੰਗਾ, ਸ੍ਰੀ ਸਤਿਗੁਰ ਕੇ ਗਮਨੇ ਸੰਗਾ। ਤੇ ਉਹ ਜਿਹੜੇ ਸੰਤ ਨੇ ਹਿਰਦੇ ਵਿੱਚ ਉਮੰਗ ਰੱਖ ਕੇ ਗੁਰੂ ਦੇ ਨਾਲ ਹੀ ਚੱਲ ਪਏ। ਜਿਸ ਦਿਸ਼ਾ ਨੂੰ ਗੁਰੂ ਨਾਨਕ ਦੇਵ ਜੀ ਚੱਲੇ ਉਹਨਾਂ ਨੇ ਵੀ ਚੱਲਣਾ ਕੀਤਾ ਜੀ। ਮਾਰਗ ਵਿਖੈ ਜਾਤ ਗੁਣ ਖਾਨੀ, ਕਹਿਣ ਲਗੇ ਮੁਝ ਸੋ ਅਸਬਾਨੀ। ਰਾਹ ਵਿੱਚ ਜਾਂਦੇ ਹੋਏ ਗੁਣਾਂ ਦੀ ਖਾਣ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲੇ ਨੂੰ ਇਸ ਤਰ੍ਹਾਂ ਕਹਿਣ ਲੱਗੇ ਹਨ ਜੀ। ਲਾਲੋ ਹੈ ਬਹੁ ਮੀਤ ਹਮਾਰਾ, ਚੱਲ ਹੋ ਮਿਲੈ ਅਬ ਤਾਹੀਂ ਸੰਗਾਰਾ। ਕਹਿਣ ਲੱਗੇ ਕਿ ਜਿਹੜਾ ਭਾਈ ਲਾਲੋ ਹੈ ਨਾ ਉਹ ਸਾਡਾ ਬੜਾ ਗੂੜਾ ਮਿੱਤਰ ਹੈ। ਹੁਣ ਉਸ ਸੰਗੀ ਨੂੰ ਉਸ ਮਿੱਤਰ ਨੂੰ ਜਾ ਕੇ ਮਿਲੀਏ ਜੀ। ਬਹੁਤ ਦਿਵਸ ਬੀਤੇ ਤਿਹ ਦੇਖੇ, ਨਗਰ ਏਮਨਾਬਾਦ ਬਿਸੇਖੇ। 7 ਵਾਰੀ ਗੁਰੂ ਨਾਨਕ ਦੇਵ ਜੀ ਨੇ ਬਾਣੀ ਵਿੱਚ ਉਹਦਾ ਨਾਮ ਉਚਾਰਿਆ ਹੈ ਭਾਈ ਲਾਲੋ ਦਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਸ਼ਬਦ ਦੇ ਵਿੱਚ 7 ਵਾਰੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਾਈ ਲਾਲੋ ਦਾ ਨਾਮ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਚਲੋ ਉਹਨੂੰ ਜਾ ਕੇ ਮਿਲੀਏ। ਨਗਰ ਅਹਿਮਨਾਬਾਦ ਵਿੱਚ ਉਸ ਨੂੰ ਮਿਲਿਆ ਬਹੁਤ ਦਿਨ ਹੋ ਗਏ ਹਨ ਜੀ। ਕਹਿ ਬਚ ਗਮਨਤ ਗੁਰੂ ਅਗਾਰੇ, ਆਮ ਫਕੀਰ ਸਭ ਚਲਹਿ ਪਿਛਾਰੇ। ਕਹਿੰਦੇ ਗੁਰੂ ਜੀ ਬਚਨ ਕਰਕੇ ਤੇ ਅੱਗੇ ਅੱਗੇ ਚੱਲ ਪਏ ਤੇ ਬਾਕੀ ਅਸੀਂ ਸਾਰੇ ਜਿਹੜੇ ਫਕੀਰ ਸਾਧੂ ਸੰਤ ਵੀ ਸਨ ਉਹ ਸਾਰੇ ਪਿੱਛੇ ਪਿੱਛੇ ਚੱਲ ਪਏ ਜੀ। ਮੰਦ ਮੰਦ ਗਤ ਸੁੰਦਰ ਭਾਰੇ, ਬਿਗਸਤ ਬੋਲਤ ਕਰਤ ਵਿਚਾਰੇ। ਸਤਿਗੁਰੂ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬੜੀ ਸੋਹਣੀ ਚਾਲ ਹੌਲੀ ਹੌਲੀ ਚੱਲ ਰਹੇ ਸਨ। ਸੁੰਦਰ ਭਾਰੀ, ਬਿਗਸਤ ਬੋਲਤ ਕਰਤ ਵਿਚਾਰੀ। ਵਿਚਾਰ ਕਰਦੇ ਹੋਏ ਹੱਸਦੇ ਹੋਏ ਗੁਰੂ ਜੀ ਦੇ ਬੋਲਦਿਆਂ ਨਾਲ ਨਾਲ ਚੱਲੇ ਜਾ ਰਹੇ ਸਾਂ ਜੀ। ਬਿਨ ਸ਼ਰਮ ਸਰਬ ਪੰਧ ਕੋ ਛੋਰੇ, ਦੀਨਾਨਾਥ ਗਏ ਤੇ ਠੌਰੇ। ਕਹਿੰਦੇ ਰਸਤੇ ਵਿੱਚ ਚੱਲਦਿਆਂ ਚੱਲਦਿਆਂ ਗੁਰੂ ਦੇ ਬਚਨ ਸੁਣਦਿਆਂ ਬਿਨਾਂ ਥਕਾਨ ਤੋਂ ਰਸਤਾ ਜਿਹੜਾ ਸੀ ਉਹ ਕੱਟ ਗਿਆ। ਪੰਧ ਜਿਹੜਾ ਸੀ ਉਹ ਸੌਖਾ ਹੋ ਗਿਆ। ਅਨਾਥਾਂ ਦੇ ਨਾਥ ਗੁਰੂ ਜੀ ਉਸ ਥਾਂ ਗਏ ਜੀ। ਨਗਰ ਏਮਨਾਬਾਦ ਪਹੁੰਚੇ, ਬੈਠੇ ਵਹਿਰ ਸਥਲ ਪਿਖ ਉੱਚੇ। ਜਿੱਥੇ ਅਹਿਮਨਾਬਾਦ ਨਗਰ ਵਸਦਾ ਜਿਹਦਾ ਨਾਂ ਸੈਦਪੁਰ ਸੀਗਾ। ਉੱਚੀ ਥਾਂ ਤੇ ਵੇਖ ਕੇ ਗੁਰੂ ਸਾਹਿਬ ਜੀ ਇੱਕ ਥਾਂ ਬਾਹਰ ਹੀ ਬੈਠ ਗਏ ਜੀ। ਚਾਹੋ ਦਿਸ਼ ਸੋਹਿਤ ਭਏ ਫਕੀਰਾ, बीच बिराज हैं गुनी गहीरा। ਚਾਰੇ ਪਾਸੇ ਉਹ ਸਾਧੂ ਸੰਤ ਫਕੀਰ ਬੈਠ ਗਏ ਤੇ ਵਿਚਕਾਰ ਅਥਾਹ ਗੁਣਾਂ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਹਨ ਜੀ। रोड़न को चौतरा बनायो, ऊपर बैठ गयो सुखदायो। ਰੋੜਾਂ ਦਾ ਕਹਿੰਦੇ ਚੌਂਤਰਾ ਬਣਾਇਆ ਤੇ ਉਹਦੇ ਉੱਤੇ ਸੁੱਖਾਂ ਦੇ ਦਾਤੇ ਬੈਠ ਗਏ। ਜਿਹੜੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਨਾ ਰੋੜਾਂ ਦੀ ਗੁਰ ਕਰੀ ਵਿਛਾਈ, ਉਹਦਾ ਭਾਵ ਇਹ ਕਿ ਉਹ ਜ਼ਮੀਨ ਹੀ ਐਸੀ ਹੁੰਦੀ ਹੈ। ਜ਼ਮੀਨ ਨੂੰ ਪੁੱਟੋ ਤੇ ਥੱਲਿਓਂ ਮਿੱਟੀ ਵਿੱਚੋਂ ਰੋੜ ਨਿਕਲਦੇ ਨੇ। ਉਹ ਚੇਚੇ ਰੋੜ ਵਿਛਾ ਕੇ ਨਹੀਂ ਬੈਠੇ, ਕਿਉਂਕਿ ਗੁਰੂ ਸਾਹਿਬ ਤੇ ਪਖੰਡ ਦਾ ਨਾਸ ਕਰਨ ਆਏ ਸਨ ਤੇ ਉਹ ਇਹੋ ਜਿਹੀਆਂ ਗੱਲਾਂ ਵਿੱਚ ਥੋੜ੍ਹੀ ਪੈਣ ਵਾਲੇ ਸਨ।
ਵੀ ਰੋਡ ਵਿਛਾ ਕੇ ਬੈਠਾ, ਲੋਕ ਜ਼ਿਆਦੇ ਆ ਕੇ ਮੱਥਾ ਟੇਕਣਗੇ। ਇਹਨਾਂ ਗੱਲਾਂ ਦਾ ਤੇ ਉਹ ਖੰਡਨ ਕਰਨ ਆਏ, ਨਾਸ ਕਰਨ ਆਏ ਨੇ। ਉਹ ਸਾਰੀ ਉੱਥੇ ਜ਼ਮੀਨ ਹੀ ਇੱਦਾਂ ਦੀ ਸੀ। ਗੁਰੂ ਸਾਹਿਬ ਜੀ ਜਿੱਥੇ ਆ ਕੇ ਡੇਰਾ ਲਾਉਂਦੇ ਨੇ, ਕੋਈ ਵੱਖਰਾ ਚੌਂਤਰਾ ਬਣਾਉਣ ਵਾਲੀ ਕੋਈ ਗੱਲ ਨਹੀਂ। ਗੁਰੂ ਸਾਹਿਬ ਜੀ ਉਸ ਜ਼ਮੀਨ 'ਤੇ ਆ ਕੇ ਬੈਠੇ। ਹੁਣ ਉੱਥੇ ਰੋੜੀ ਸਾਹਿਬ ਨਾਮ ਦਾ ਪ੍ਰਸਿੱਧ ਗੁਰਦੁਆਰਾ ਹੈ, ਜਿਸ ਦੇ ਦਰਸ਼ਨ ਦੂਰਾਂ ਦੇਸ਼ਾਂ ਵਿਦੇਸ਼ਾਂ 'ਚੋਂ ਲੋਕ ਆ ਕੇ ਕਰਦੇ ਹਨ। ਦਾਸ ਨੇ ਵੀ ਕੀਤੇ। 4 ਵਾਰੀ ਯਾਤਰਾ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਬੜਾ ਵੱਡਾ ਗੇਟ, ਫਿਰ ਅੰਦਰ ਗੁਰੂ ਘਰ, ਲਾਲ ਰੰਗ ਦੀ ਇਮਾਰਤ ਹੈ। ਗੁਰੂ ਸਾਹਿਬ ਜੀ ਜਿੱਥੇ ਜਿੱਥੇ ਵੀ ਆਪਣੇ ਚਰਨ ਪਾਏ, ਉੱਥੇ ਉੱਥੇ ਫਿਰ ਸਿੱਖਾਂ ਨੇ ਗੁਰੂ ਘਰ ਉਸਾਰੇ ਹਨ ਉਹਨਾਂ ਦੀ ਯਾਦ ਵਿੱਚ। ਤੇ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਜਾਂਦੇ ਸਨ, ਉੱਥੇ ਉਹਨਾਂ ਦੀ ਯਾਦ ਵਿੱਚ ਧਰਮਸ਼ਾਲਾ ਉਸਾਰੀ ਜਾਂਦੀ ਸੀ। ਉਹ ਧਰਮਸ਼ਾਲਾ ਹੀ ਮੁੜ ਕੇ ਗੁਰਦੁਆਰਿਆਂ ਦਾ ਰੂਪ ਧਾਰਨ ਕਰ ਗਈਆਂ। ਕਵੀ ਜੀ ਇਸ ਤਰ੍ਹਾਂ ਕਹਿੰਦੇ ਵੀ ਐਮਣਾਬਾਦ ਦੇ ਬਾਹਰ ਗੁਰੂ ਜੀ ਨੇ ਜਾ ਕੇ ਡੇਰਾ ਕੀਤਾ ਜੀ। ਗਿਰ ਹੰਕਾਰ ਤੇ ਨਰ ਉਤਰ, ਸਰਬ ਰੇਨ ਘਰ ਛਾਏ। ਤੇ ਹੁਣ ਇਹ ਮੰਗਲ ਕੀਤਾ ਨਾ ਜਿਹੜਾ ਕਵੀ ਜੀ ਨੇ, ਇਹ ਨਿਮਰਤਾ ਦਾ ਮੰਗਲ ਹੈ। ਇਹ ਕਹਿੰਦੇ, ਹੇ ਮਨ ਅਹੰਕਾਰ ਰੂਪੀ ਪਹਾੜਾਂ ਤੋਂ ਹੇਠਾਂ ਉਤਰਿਆ, ਤੂੰ ਤੇ ਅਹੰਕਾਰ ਦੇ ਪਹਾੜਾਂ ਤੇ ਚੜਿਆ ਹੋਇਆ। ਗਿਰ ਅਹੰਕਾਰ ਤੇ ਤਰ ਉਤਰ, ਤਰ ਕਹਿੰਦੇ ਥੱਲੇ, ਤੂੰ ਅਹੰਕਾਰ ਦੇ ਪਹਾੜ ਤੋਂ ਹੇਠਾਂ ਉਤਰਿਆ। ਸਰਬ ਰੇਨ ਘਰ ਛਾਏ, ਜੇਕਰ ਤੂੰ ਸਾਰਿਆਂ ਦੀ ਚਰਨਾਂ ਦੀ ਧੂੜ ਹੋ ਜਾਵੇਂ ਨਾ, ਸਾਰਿਆਂ ਦੇ ਚਰਨਾਂ ਦੀ ਧੂੜ, ਅਤੀ ਨਿਮਰਤਾ ਵਿੱਚ ਆ ਜਾਵੇਂ ਜੀ। ਉਸ਼ਨ ਸੀਤਾਦ ਬਿਕਾਰ ਜੇ, ਹੇ ਮਨ ਤਬ ਸੁਖ ਪਾਏ। ਤੇ ਆਪਣੀ ਦੇਹੀ ਰੂਪੀ ਘਰ ਤੇ ਅਸਰ ਹੋ ਜਾਵੇ ਤਾਂ ਗਰਮੀ ਸਰਦੀ, ਰਾਜ ਤਮ, ਗਰਮੀ ਸਰਦੀ ਤੋਂ ਭਾਵ ਰਾਜ ਤੇ ਤਮ ਗੁਣ, ਇਹ ਆਦਿ ਵਿਕਾਰਾਂ ਦੇ ਛੁਟਕਾਰੇ ਕਾਰਨ ਤੂੰ ਉਸ ਵੇਲੇ ਸੁੱਖਾਂ ਦੀ ਪ੍ਰਾਪਤੀ ਕਰ ਲਏਗਾ। ਇਸ ਵਾਸਤੇ ਤੂੰ ਅਹੰਕਾਰ ਛੱਡ ਕੇ ਨਿਮਰਤਾ ਵਿੱਚ ਆ ਜਾ, ਤੇ ਫਿਰ ਤੂੰ ਇਹ ਜਿਹੜੇ ਮਾਇਆ ਦੇ 3 ਗੁਣ, ਇਹਨਾਂ ਤੋਂ ਵੀ ਉੱਪਰ ਉੱਠ ਜਾਏਗਾ ਤੇ ਤੈਨੂੰ ਆਤਮਿਕ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਜੀ। ਸ਼੍ਰੀ ਅੰਗਦ ਸੁਣੀਏ ਇਤਿਹਾਸਾ, ਵਹਿਰ ਨਗਰ ਬੈਠੇ ਸੁਖ ਰਾਸਾ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਆਪ ਜੀ ਇਤਿਹਾਸ ਸਰਵਣ ਕਰੋ। ਸੁੱਖਾਂ ਦੀ ਰਾਸ ਗੁਰੂ ਨਾਨਕ ਦੇਵ ਜੀ ਐਮਣਾਬਾਦ ਨਗਰ ਦੇ ਬਾਹਰ ਬੈਠੇ ਸਨ ਜੀ। ਉਤੋਂ ਪਠਾਨ ਤਹਾਂ ਕੋ ਰਾਜਾ, ਘਰ ਘਰ ਬਹੁਰ ਬਜਾਵਹਿ ਬਾਜਾ। ਉਥੋਂ ਦਾ ਇੱਕ ਪਠਾਨ ਰਾਜਾ ਸੀ। ਉਸ ਸਮੇਂ ਘਰ ਘਰ ਵਿੱਚ ਵਾਜੇ ਵਜਾਏ ਜਾ ਰਹੇ ਸਨ, ਭਾਵ ਵਿਆਹ ਦਾ ਬੋਲ ਬਾਲਾ ਸੀ ਜੀ। ਅਧਿਕ ਵਿਆਹ ਤਿਸ ਦਿਨ ਪੁਰਮਾਹੀ, ਕਰਤ ਕੁਲਾਹਲ ਔਰ ਹਰ ਖਾਹੀ। ਉਸ ਦਿਨ ਨਗਰ ਦੇ ਵਿੱਚ ਬਹੁਤ ਜ਼ਿਆਦੇ ਵਿਆਹ ਸਨ। ਹੁਣ ਵੀ ਕਈ ਵਾਰੀ ਕੋਈ ਐਸਾ ਦਿਨ ਆਉਂਦਾ ਵੀ ਜਿਸ ਦਿਨ ਬਹੁਤ ਆਨੰਦ ਕਾਰਜ ਹੁੰਦੇ ਨੇ। ਇੱਕ ਇੱਕ ਗੁਰੂ ਘਰ ਦੇ ਵਿੱਚ 2-2 3-3 ਆਨੰਦ ਕਾਰਜ ਹੁੰਦੇ ਨੇ। ਇਸ ਤਰ੍ਹਾਂ ਦਾ ਉਹ ਦਿਨ ਸੀ। ਬੜੇ ਵਿਆਹ ਸਨ ਉਸ ਦਿਨ ਐਮਣਾਬਾਦ ਨਗਰ ਦੇ ਵਿੱਚ। ਲੋਕ ਖੁਸ਼ੀਆਂ ਮਾਣਦੇ ਹੋਏ ਆਨੰਦਿਤ ਹੋ ਰਹੇ ਸਨ ਜੀ। ਗਾਵਹਿ ਨਾਚਹਿ ਮਾਚਹਿ ਰੰਗਾ, ਅਤ ਉਤਸਵ ਮਹਿ ਰਹੇ ਉਮੰਗਾ। ਤੇ ਕਹਿੰਦੇ ਲੋਕ ਕੀ ਕਰ ਰਹੇ ਸਨ
ਕਿ ਆਨੰਦ ਦੇ ਨਾਲ ਨੱਚ ਰਹੇ ਸਨ, ਗਾ ਰਹੇ ਸਨ। ਬਹੁਤੇ ਆਨੰਦ ਦੇਣ ਵਾਲੇ ਕਾਰਜ ਵਿੱਚ ਲੋਕ ਖੁਸ਼ੀ ਦੇ ਉਛਾਲੇ ਵਿੱਚ ਰਹਿੰਦੇ ਸਨ ਜੀ। ਭੂਖਨ ਬਸਤਰ ਨਵੀਨ ਪਹਿਰ ਕੈ, ਬਨੇ ਛੈਲ ਬਹੁ ਗਰਭ ਗਹਿਰ ਕੈ। ਨਵੇਂ ਕੱਪੜੇ ਗਹਿਣੇ ਪਹਿਨ ਕੇ, ਡੂੰਘੇ ਹੰਕਾਰ ਕਰਕੇ ਛੈਲ ਛਬੀਲੇ ਬਣੇ ਫਿਰਦੇ ਸਨ। ਵਿਆਹ ਵਿੱਚ ਹਰ ਕਿਸੇ ਨੂੰ ਚਾਅ ਹੁੰਦਾ, ਸੋਹਣੇ ਕੱਪੜੇ ਪਾਉਂਦੇ ਨੇ। ਹਰ ਇੱਕ ਨੂੰ ਵਿਆਹ ਦੇ ਵਿੱਚ ਖੁਸ਼ੀ ਹੁੰਦੀ ਹੈ, ਹਰ ਕੋਈ ਨਵੇਂ ਕੱਪੜੇ ਪਾਉਂਦਾ ਹੈ। ਉਚੇਚੇ ਵੀ ਇਸ ਵਿਆਹ ਵਾਸਤੇ ਇਹ ਕੱਪੜੇ ਪਾਉਣੇ ਨੇ ਪਹਿਲਾਂ ਹੀ ਸਵਾ ਕੇ ਰੱਖ ਲੈਂਦੇ ਨੇ। ਖਾਸ ਕਰਕੇ ਬੀਬੀਆਂ ਨੂੰ ਜ਼ਿਆਦਾ ਹੁੰਦਾ ਹੈ, ਸੋਹਣੇ ਜੁੱਤੀ, ਸੋਹਣੇ ਕੱਪੜੇ। ਇੱਕ ਬੀਬੀ ਕਹਿੰਦੇ ਵੀ ਵਿਆਹ ਤੇ ਜਾਣਾ ਸੀ ਉਹਨੇ, ਤੇ ਪੜੋਸ ਵਿੱਚ ਹੀ ਵਿਆਹ ਸੀ। ਹੁੰਦਾ ਨਾ ਵੀ ਮੈਂ ਕੱਪੜੇ ਪਾਏ ਸੋਹਣੇ, ਮੈਂ ਜੁੱਤੀ ਪਾਈ। ਹਰ ਇੱਕ ਇਨਸਾਨ ਨੂੰ ਹੁੰਦਾ ਵੀ ਕੋਈ ਪੁੱਛੇ ਵੀ ਬੜੀ ਸੋਹਣੀ ਪਾਈ ਹੈ, ਕਿੱਥੋਂ ਲਈ ਹੈ, ਕਿੰਨੇ ਦੀ ਆਈ ਹੈ। ਇਸ ਖਿਆਲ ਨਾਲ ਤਿਆਰ ਹੋ ਕੇ ਸਾਰੇ ਜਦੋਂ ਬਰਾਤ ਚੜ੍ਹ ਰਹੀ ਸੀ ਨਾ, ਲਾੜਾ ਘੋੜੀ ਤੇ ਬੈਠਾ ਸੀ, ਉਸ ਵੇਲੇ ਸਾਰੇ ਤਾਂ ਉਹਦੇ ਵੱਲ ਦੇਖ ਰਹੇ ਸੀ। ਇਹ ਪੜੋਸ ਵਿੱਚੋਂ ਬੀਬੀ ਨਿਕਲੀ, ਉਹ ਵੀ ਆ ਕੇ ਭੀੜ 'ਚ ਖੜੀ ਹੋ ਗਈ, ਕਿਸੇ ਨੇ ਪੁੱਛਿਆ ਨਹੀਂ ਹੈ। ਕਰਦਿਆਂ ਕਰਦਿਆਂ ਉਹਦੇ ਪੈਰ ਥੱਲੇ ਇੱਕ ਛੋਟਾ ਜਿਹਾ ਕਤੂਰਾ ਆ ਗਿਆ, ਤੇ ਉਹਨੇ ਜਦੋਂ ਚਾਉਂ ਚਾਉਂ ਕੀਤਾ ਤੇ ਉਹਨੇ ਉਹੀ ਜੁੱਤੀ ਲਾਹ ਕੇ ਨਾਲੇ ਉਹਦੇ ਮਾਰੀ, ਤੇ ਨਾਲੇ ਕਹਿੰਦੀ ਵੀ ਚਾਉਂ ਦੀ ਨਹੀਂ 4.5 ਦੀ ਆਈ ਹੈ। ਉਹਦਾ ਮੁੱਖ ਭਾਵ ਸੀ ਵੀ ਸਾਰੇ ਇੱਧਰ ਦੇਖਣਗੇ ਤੇ ਫਿਰ ਮੈਨੂੰ ਪੁੱਛਣਗੇ ਮੇਰੇ ਸੂਟ ਬਾਰੇ, ਜੁੱਤੀ ਬਾਰੇ। ਬੜਿਆਂ ਦਾ ਖਿਆਲ ਹੁੰਦਾ ਐਸਾ, ਸਾਰੇ ਨਵੇਂ ਨਵੇਂ ਕੱਪੜੇ ਪਾਉਂਦੇ ਨੇ। ਗੁਰੂ ਸਾਹਿਬ ਜੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਦੇ ਬਾਹਰ ਬੈਠੇ ਨੇ, ਤੇ ਲੋਕ ਆਪਣੇ ਹੀ ਵਿਆਹ ਸ਼ਾਦੀਆਂ ਵਿੱਚ ਮਸਤ ਹਨ। ਉਸ ਦਿਨ ਕਵੀ ਸੰਤੋਖ ਜੀ ਕਹਿੰਦੇ ਵੀ ਵਿਆਹ ਹੀ ਬੜੇ ਸਨ। ਲੋਕ ਜਿਹੜੇ ਨੌਜਵਾਨ ਨੇ ਛੈਲ ਛਬੀਲੇ ਬਣੇ ਫਿਰਦੇ ਨੇ, ਨਵੇਂ ਕੱਪੜੇ ਗਹਿਣੇ ਪਹਿਨ ਕੇ, ਤੇ ਬੜਾ ਅਹੰਕਾਰ ਕੀਤਾ ਹੋਇਆ ਸਾਰਿਆਂ ਨੇ। ਇਸ ਤਰ੍ਹਾਂ ਦਾ ਮਾਹੌਲ ਅਹਿਮਦਾਬਾਦ ਵਿੱਚ ਸੀ ਜੀ। ਅਵਲੋਕਤ ਹੈ ਰੰਗ ਤਮਾਸ਼ੇ, ਅਨੇਕ ਪ੍ਰਕਾਰਨ ਠਨ ਹੈ ਹਾਸੇ। ਸਾਰੇ ਇਹ ਵਿਆਹ ਦੇ ਕਾਰਜ ਵਿੱਚ ਰੰਗ ਤਮਾਸ਼ਿਆਂ ਨੂੰ ਵੇਖਦੇ ਨੇ, ਤੇ ਕਈ ਇੱਕ ਦੂਜੇ ਨੂੰ ਮਖੌਲ ਵੀ ਕਰਦੇ ਹਨ। ਉਹਨਾਂ ਸਮਿਆਂ ਵਿੱਚ ਜਿਹੜੀਆਂ ਲਾੜੇ ਦੀਆਂ ਸਾਲੀਆਂ ਹੁੰਦੀਆਂ ਸਨ, ਉਹ ਵੀ ਮਖੌਲ ਕਰਦੀਆਂ ਸਨ। ਇਸ ਤਰ੍ਹਾਂ ਆਪਸ ਵਿੱਚ ਜਦੋਂ ਕੁੜਮਾਚਾਰੀ ਮਿਲਦੀ ਸੀ, ਉਹ ਵੀ ਇੱਕ ਦੂਜੇ ਨੂੰ ਮਖੌਲ ਕਰ ਦਿੰਦੇ ਸਨ। ਤੇ ਲੋਕਾਂ ਦੇ ਅੰਦਰ ਜਰਨ ਸ਼ਕਤੀ ਵੀ ਹੁੰਦੀ ਸੀ, ਕਿਸੇ ਦਾ ਕੀਤਾ ਹੋਇਆ ਮਜ਼ਾਕ ਸਹਿਣ ਦੀ ਸ਼ਕਤੀ ਵੀ ਹੁੰਦੀ ਸੀ। ਅੱਜ ਨਹੀਂ ਹੈ, ਤੇ ਨਾ ਕੋਈ ਛੇਤੀ ਕੀਤਿਆਂ ਕਿਸੇ ਨੂੰ ਮਜ਼ਾਕ ਕਰਦਾ ਹੀ ਹੈ ਅੱਜ ਦੇ ਸਮੇਂ ਵਿੱਚ। ਤੁਸੀਂ ਅੱਜ ਤੋਂ ਕੋਈ 20-25 ਸਾਲ ਪਿੱਛੇ ਦੀ ਜਦੋਂ ਗੱਲ ਕਰੋਗੇ ਨਾ, ਤੇ ਜਦੋਂ ਨਵਾਂ ਸਾਲ ਆਰੰਭ ਹੁੰਦਾ ਸੀ, ਤੇ ਫਿਰ ਸਾਰਾ ਸਾਲ ਜਿਹੜਾ ਬੀਤਦਾ ਸੀ ਨਾ, ਇੱਦਾਂ ਲੱਗਦਾ ਸੀ ਬੜਾ ਲੰਬਾ ਸਮਾਂ ਹੈ। ਤੇ ਹੁਣ ਤੁਸੀਂ ਨੋਟ ਕਰਿਓ ਜੇ, ਹੁਣ ਇੱਦਾਂ ਲੱਗਦਾ ਵੀ ਛੇਤੀ ਬੀਤ ਗਿਆ ਹੈ, ਕਿਉਂਕਿ ਬਿਜੀ ਜ਼ਿਆਦਾ ਹੋ ਗਿਆ ਬੰਦਾ। ਕੁਝ ਕੰਮ ਵਿੱਚ ਹੋ ਗਏ ਨੇ, ਕੁਝ ਮੋਬਾਈਲ ਵਿੱਚ ਹੋ ਗਏ ਨੇ। ਜਿੱਦਾਂ ਮਹਾਰਾਜ ਨੇ ਕਿਹਾ, ਰੈਨ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਕੁਝ ਤਾਂ ਇੱਦਾਂ ਲੰਘ ਗਈ, ਤੇ ਕੁਝ 5-6 ਘੰਟੇ ਮੋਬਾਈਲ ਲੈ ਗਿਆ। ਜ਼ਿੰਦਗੀ ਦਾ ਚੌਥਾ ਹਿੱਸਾ ਮੋਬਾਈਲ ਖਾ ਗਿਆ। ਜੇ ਘਰ ਦੇ 4 ਜੀਅ ਨੇ ਤੇ 4 ਹੀ ਮੋਬਾਈਲ ਨੇ।
ਫਿਰ ਉਹਨਾਂ ਦਾ ਜੇ ਜ਼ਿਆਦਾ ਨਹੀਂ ਤੇ 1000-1200 ਖਰਚਾ ਤੇ ਕਰੋਗੇ ਹੀ ਨਾ। ਇਸ ਤਰ੍ਹਾਂ ਬੰਦਾ ਜਿਹੜਾ ਹੈ ਖਰਚੇ ਜ਼ਿਆਦੇ ਹੋ ਗਏ ਨੇ ਤੇ ਕੰਮ ਦੇ ਵਿੱਚ ਜ਼ਿਆਦਾ ਬਿਜੀ ਹੋ ਗਿਆ। ਮੈਂ ਹੈਰਾਨ ਆ, ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਮਾਲਕ ਲੋਕ, ਜ਼ਮੀਨਾਂ ਦੇ ਮਾਲਕ, ਉਹ ਡੱਬੀਆਂ ਵਾਲਾ ਦਹੀਂ ਦੁਕਾਨਾਂ ਤੋਂ ਲਿਆ ਕੇ ਰੋਟੀ ਖਾ ਰਹੇ ਨੇ। ਜਿਨ੍ਹਾਂ ਦੇ ਘਰਾਂ ਵਿੱਚ 10-10 ਮੱਝਾਂ ਹੋਣੀਆਂ ਚਾਹੀਦੀਆਂ ਸੀ, ਆਪਣਾ ਦੁੱਧ ਦਹੀਂ ਹੋਣਾ ਚਾਹੀਦਾ ਸੀ ਪਹਿਲਾਂ ਵਾਂਗ, ਉਹਨਾਂ ਨੇ ਕੰਮ ਕਰਨਾ ਹੀ ਛੱਡਤਾ ਹੈ। ਪੈਲੀਆਂ ਠੇਕੇ ਤੇ ਦੇ ਦਿੱਤੀਆਂ, ਪਸ਼ੂ ਵੇਚ ਦਿੱਤੇ ਨੇ। ਹੁਣ ਬਣਿਆ ਬਣਾਇਆ ਦਹੀਂ ਮੈਂ ਮਹਿਸੂਸ ਕੀਤਾ। ਪਿੰਡ ਗਿਆ, ਪਿੰਡ ਤੇ ਸ਼ਹਿਰ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਪਹਿਲਾਂ ਇਹ ਫਰਕ ਹੁੰਦਾ ਸੀ, ਲੋਕ ਬਾਹਰ ਗਲੀਆਂ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਸਨ, ਦੁੱਖ ਸੁੱਖ ਪੁੱਛਦੇ ਸਨ, ਗੱਲਬਾਤ ਕਰਦੇ ਸਨ। ਹੁਣ ਤੁਹਾਨੂੰ ਕੋਈ ਨਹੀਂ ਮਿਲੇਗਾ, ਕਿਉਂਕਿ ਸਾਰੇ ਘਰਾਂ 'ਚ ਬਹਿ ਕੇ ਤੇ ਮੋਬਾਈਲ ਤੇ ਲੱਗੇ ਹੋਏ ਨੇ। ਬਾਹਰ ਕਿੰਨੇ ਨਿਕਲਣਾ ਹੈ। ਇਸ ਤਰ੍ਹਾਂ ਜਦੋਂ ਵਿਆਹ ਆਨੰਦ ਕਾਰਜ ਹੁੰਦਾ ਹੈ, ਉਦੋਂ ਵੀ ਸਾਰੇ ਇਹਨਾਂ ਰੰਗ ਤਮਾਸ਼ਿਆਂ ਵਿੱਚ ਹੀ ਲੱਗੇ ਹੁੰਦੇ ਨੇ। ਤੇ ਕਹਿੰਦੇ ਕਿ ਇੱਕ ਦੂਜੇ ਨੂੰ ਮਖੌਲ ਵੀ ਕਰਦੇ ਸਨ ਜੀ। ਗਰੀਅਨ ਵਿਖੇ ਕੁਦਾਏ ਤੁਰੰਗਾ, ਬੈਠੇ ਮੂਛ ਬਾਮ ਸਰਬੰਗਾ। ਗਲੀਆਂ ਵਿੱਚ ਘੋੜਿਆਂ ਨੂੰ ਕਦਾਉਂਦੇ ਸਨ ਕਿ ਉਦੋਂ ਬਰਾਤਾਂ ਹੀ ਘੋੜਿਆਂ ਤੇ ਜਾਂਦੀਆਂ ਸਨ। ਹੁਣ ਗੱਡੀਆਂ ਦਾ ਸਮਾਂ ਹੈ, ਉਦੋਂ ਘੋੜਿਆਂ ਦਾ ਸਮਾਂ ਸੀ। ਘੋੜੇ ਘੋੜੀ ਦੀ ਸਵਾਰੀ, ਰੱਥਾਂ ਦੀ ਸਵਾਰੀ, ਬੈਲ ਗੱਡੀ ਦੀ ਸਵਾਰੀ, ਉਦੋਂ ਇਹ ਹੀ ਬਹੁਤ ਵਧੀਆ ਹੁੰਦਾ ਸੀ। ਰੱਥ ਕਿਸੇ ਕਿਸੇ ਕੋਲ ਸਵਾਰੀ ਵਾਸਤੇ ਹੁੰਦਾ ਸੀ, ਬਹੁਤੇ ਲੋਕ ਗੱਡੇ ਤੇ ਸਵਾਰੀ ਕਰਦੇ ਹੁੰਦੇ ਸਨ। ਇਸ ਤਰ੍ਹਾਂ ਕਹਿੰਦੇ ਕਿ ਘੋੜਿਆਂ ਨੂੰ ਗਲੀਆਂ ਵਿੱਚ ਕਦਾਉਂਦੇ, ਆਪਣੇ ਆਪ ਨੂੰ ਸਾਰੇ ਗੁਣਾਂ ਵਿੱਚ ਪੂਰਨ ਸਮਝਦੇ ਹੋਏ ਤੇ ਮੁੱਛਾਂ ਕੁੰਡੀਆਂ ਕਰਕੇ ਬੈਠੇ ਹੋਏ ਸਨ ਜੀ। ਸ਼ਰੇ ਕਰਤਾਰ ਦਿਸ਼ਾ ਤੇ ਭੂਲੇ, ਵਿਸ਼ੇ ਵਿਕਾਰਨ ਮਹਿ ਅਨੁਕੂਲੇ। ਪ੍ਰਭੂ ਵੱਲ ਧਿਆਨ ਉਹਨਾਂ ਦਾ ਨਹੀਂ ਸੀ, ਉਧਰੋਂ ਭੁਲਾਇਆ ਹੋਇਆ ਸੀ, ਵਿਸ਼ੇ ਵਿਕਾਰਾਂ ਦੇ ਅਨੁਸਾਰੀ ਸਨ। ਸਮੇਂ ਅਨੁਸਾਰ ਸਮਾਪਤੀ ਹੈ। ਅਗਲਾ ਪ੍ਰਸੰਗ ਆਪਾਂ ਕੱਲ੍ਹ ਸਾਂਝਾ ਕਰਾਂਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨਗਰ ਦੇ ਬਾਹਰ ਬੈਠੇ ਹਨ ਤੇ ਕੀ ਪ੍ਰਸੰਗ ਕਵੀ ਸੰਤੋਖ ਸਿੰਘ ਜੀ ਅੱਗੇ ਲਿਖਦੇ ਹਨ ਕਿ ਭਾਈ ਮਰਦਾਨੇ ਨੂੰ ਕਿਸ ਤਰ੍ਹਾਂ ਭੇਜਦੇ ਨੇ ਨਗਰ ਵਿੱਚ, ਫਿਰ ਕਿਸ ਤਰ੍ਹਾਂ ਭਾਈ ਲਾਲੋ ਨੂੰ ਗੁਰੂ ਸਾਹਿਬ ਜੀ ਬੁਲਾਉਂਦੇ ਨੇ, ਉਹ ਗੁਰੂ ਸਾਹਿਬ ਕੋਲ ਆਉਂਦਾ ਹੈ। ਇਹ ਸਾਰਾ ਪ੍ਰਸੰਗ ਆਵੇਗਾ। ਬੜੇ ਪਿਆਰ ਸਤਿਕਾਰ ਨਾਲ ਹਾਜ਼ਰੀ ਭਰ ਕੇ ਆਪ ਜੀ ਨੇ ਸਰਵਣ ਕਰਨਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।